ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਵਾਰੀ ਆਪਾਂ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ। ਇਸ ਸੰਬੰਧ 'ਚ ਸ਼ੁੱਕਰਵਾਰ ਨੂੰ 7 ਅਖੰਡ ਪਾਠ ਸ਼ੁਰੂ ਹੋਣੇ ਨੇ। ਸੋ ਪਾਠੀ ਤੇ ਸੰਗਤਾਂ ਨੂੰ ਬੇਨਤੀ ਹੈ ਵੀ ਇਹ ਗੱਲ ਯਾਦ ਰੱਖਣੀ। ਐਤਵਾਰ ਨੂੰ ਉਸੇ ਤਰ੍ਹਾਂ ਭੋਗ ਪੈਣਗੇ। ਫਿਰ ਐਤਵਾਰ ਨੂੰ 9:45 ਤੋਂ ਲੈ ਕੇ 10:45 ਵਜੇ ਤੱਕ ਵੱਡੇ ਗੁਰਦੁਆਰਾ ਸਾਹਿਬ 'ਚ ਕੀਰਤਨ ਹੋਏਗਾ। ਸੋ ਗੁਰੂ ਮਹਾਰਾਜ ਕਹਿੰਦੇ 169 ਅੰਗ 'ਤੇ ਹੇਠੋਂ 5ਵੀਂ ਪੰਗਤੀ ਹੈ, ਤੀਸਰੇ ਨੰਬਰ ਤੋਂ ਬਾਅਦ। आपे शाह बड़े प्रभ स्वामी, हम वणजारे हैं ताचे, मेरा मन तन जियो रास सब तेरी, जन नानक के शाह प्रभ साचे। आपे शाह बड़े प्रभ स्वामी, परमात्मा आपे बहुत वड्डा शाहूकार है, आप ही मालिक है स्वामी। हम वणजारे हैं ताचे, ताचे मैंने उस दे, असी ते उस दे वणजारे हाँ, व्यापारी हाँ, सौदागर हूँ। वो शाह है ते असी सौदा खरीदण वाले हैं। मेरा मन तन जियो रास सब तेरी, हे परमात्मा मेरा मन, मेरा तन, मेरी जिंद सब तेरी रास है, तेरी पूंजी है। रास मैंने पूंजी। जन नानक के शाह प्रभ साचे, दास नानक दे हे परमात्मा तू सच्चे शाह हो, तुसीं सच्चे शाहूकार हो। इसलिए कहते मेरा मन तन जिंद सब तेरी पूंजी है, तेरी रास है, क्योंकि तू शाह है। गौड़ी पूर्वी महला चौथा, चौथे पातशाह फरमान करते हैं, तुम दयाल सर्व दुख भंजन, एक बिनो सुनो दे काने, जिस ते तुम हर जाने स्वामी, सो सतगुर मेल मेरा प्राणे। तुम दयाल, हे परमात्मा तुसी दयालु हो, सर्ब दुख भंजन, सारे दुखां नूं नाश करन वाले हो। एक बिनो सुनो दे काने, दे काने दे ध्यान नाल ਕੰਨ ਲਾ ਕੇ ਧਿਆਨ ਨਾਲ ਮੇਰੀ ਇੱਕ ਬੇਨਤੀ ਸੁਣੋ। ਬਿਨੋ ਮੈਨੇ ਬੇਨਤੀ, ਮੇਰੀ ਇੱਕ ਬੇਨਤੀ ਸੁਣੋ। ਕੀ ਬੇਨਤੀ ਹੈ? ਜਿਸ ਤੇ ਤੁਮ ਹਰ ਜਾਣੇ ਸੁਆਮੀ, हे ਪਰਮਾਤਮਾ ਜਿਸ ਤੋਂ ਮੈਂ ਤੈਨੂੰ ਜਾਣ ਸਕਦਾ ਹਾਂ, ਜਿਸ ਰਾਹੀਂ ਮੈਂ ਤੈਨੂੰ ਜਾਣ ਸਕਦਾ ਹਾਂ, ਸੋ ਸਤਿਗੁਰ ਮੇਲ ਮੇਰਾ ਪ੍ਰਣ। मेरी जिंद मेरी जान वो गुरु है, उस गुरु नाल मेरा मेल करा दे, क्योंकि गुरु तो ही परमात्मा का ज्ञान होना है। इसलिए कहते गुरु नाल मेल करा दे। राम हम सतगुर पार ब्रह्म कर माने, हे परमात्मा असी ते गुरु नूं परमात्मा समझ के मनते हैं। सतगुर पार ब्रह्म कर माने, हे परमात्मा असी ते सतगुरु नूं परमात्मा करके मनते हैं। हम मूढ़ मुग्ध अशुद्ध मत होते, गुर सतगुर कै बचन हर हम जाने। हम मूढ़ अस्त मूर्ख, मुग्ध होंदा महामूर्ख, अशुद्ध मत भैड़ी मत वाले हैं। गुर सतगुर कै बचन,
ਗੁਰੂ ਦੇ ਬਚਨਾਂ 'ਤੇ ਚੱਲ ਕੇ ਹਰ ਹਮ ਜਾਣੇ, ਅਸੀਂ ਹਰੀ ਨੂੰ ਜਾਣ ਲਿਆ ਹੈ। ਅਸੀਂ ਗੁਰੂ ਦੇ ਬਚਨਾਂ 'ਤੇ ਚੱਲੇ, ਜਿਵੇਂ ਗੁਰੂ ਮਹਾਰਾਜ ਨੇ ਕਿਹਾ ਉਵੇਂ ਕੀਤਾ, ਅਸੀਂ ਪਰਮਾਤਮਾ ਨੂੰ ਜਾਣ ਲਿਆ। ਸੋ ਮਨੁੱਖ ਕਿਹੋ ਜਿਹੇ ਵੀ ਕਿਉਂ ਨਾ ਹੋਵੇ, ਜਦੋਂ ਗੁਰੂ ਧਾਰਨ ਕਰ ਲੈਂਦਾ, ਫਿਰ ਜੇ ਗੁਰੂ ਦੇ ਆਖੇ ਲੱਗਣ ਲੱਗ ਜੇ ਤਾਂ ਉਹ ਪਰਮਾਤਮਾ ਦੀ ਇੱਕ ਦਿਨ ਪ੍ਰਾਪਤੀ ਕਰ ਲੈਂਦਾ ਹੈ। ਆਪਣੇ ਪਿਛਲੇ ਜੀਵਨ 'ਤੇ ਕਦੇ ਝੋਰਾ ਨਹੀਂ ਕਰਨਾ ਚਾਹੀਦਾ ਵੀ ਯਾਰ ਮੈਂ ਇਹੋ ਜਿਹਾ ਸੀ, ਮੇਰਾ ਕੀ ਬਣੇਗਾ। ਇਹ ਸੋਚਣਾ ਹੀ ਫਜ਼ੂਲ ਹੈ। ਜਦੋਂ ਗੁਰਬਾਣੀ ਕਹਿੰਦੇ ਤੁਸੀਂ ਕੁਝ ਵੀ ਸੀ, ਚੋਰ ਸੀ, ਡਾਕੂ ਸੀ, ਲੁਟੇਰੇ ਸੀ, ਤੂੰ ਠੱਗ ਸੀ, ਕੁਛ ਵੀ ਸੀ, ਈਵਨ ਤੁਸੀਂ ਰਾਖਸ਼ ਸੀ, ਪਰ ਜਦੋਂ ਤੁਸੀਂ ਗੁਰੂ ਧਾਰਨ ਕਰ ਲਿਆ ਤੇ ਗੁਰੂ ਦੇ ਆਖੇ ਲੱਗੇ, ਤੁਹਾਡਾ ਪਾਰ ਉਤਾਰਾ ਉਹਨਾਂ ਦਾ ਹੋ ਗਿਆ। ਕਿਉਂਕਿ ਪਰਮਾਤਮਾ ਫਿਰ ਮਨੁੱਖ ਦੇ ਪਿਛਲੇ ਔਗਣ ਨਹੀਂ ਵੇਖਦਾ। ਉਹ ਕਹਿੰਦਾ ਹੁਣ ਤੇ ਲੱਗ ਗਿਆ ਨਾ, ਇਹ ਨਹੀਂ ਬੜਾ, ਬੰਦਾ ਕਿਸੇ ਵੇਲੇ ਵੀ ਸੁਧਰ ਜੇ, ਠੀਕ ਹੈ। ਕੋਈ ਕਹਿੰਦੇ ਹੁਣ ਬੁਢਾਪੇ ਯਾਰ ਕੀ ਨਾਮ ਜਨਮ ਸਾਰੀ ਉਮਰ ਤਾਂ ਜਪਿਆ ਨਹੀਂ, ਜਦੋਂ ਸੋਝੀ ਆ ਜੇ ਉਹਦੇ ਲੱਗ ਜਾਣਾ ਚਾਹੀਦਾ, ਜਦੋਂ ਸੋਝੀ ਆ ਜੇ ਉਹਦੇ ਲੱਗ ਜਾਣਾ ਚਾਹੀਦਾ। ਸੋ ਇਹ ਨਹੀਂ ਸੋਚਣਾ ਚਾਹੀਦਾ ਮੈਂ ਤਾਂ ਪਹਿਲਾਂ ਐ ਸੀ, ਆਹ ਸੀ, ਮੇਰੇ 'ਚ ਔਗੁਣ ਸਨ, ਮੇਰਾ ਪਤਾ ਨਹੀਂ ਪਾਰ ਉਤਾਰਾ ਹੋਵੇਗਾ ਕਿ ਨਹੀਂ ਹੋਵੇਗਾ। ਤੁਸੀਂ ਗੁਰੂ ਧਾਰਨ ਕਰੋ, ਫਿਰ ਗੁਰੂ ਮਹਾਰਾਜ ਜਿਵੇਂ ਕਹਿੰਦੇ ਆ ਅੱਗੇ ਤੋਂ ਉਸ ਤਰ੍ਹਾਂ ਕਰੋ। ਪਿਛਲੇ ਔਗਣ ਬਖਸ਼ ਲੈ ਪ੍ਰਭਾਗੈ ਮਾਰਗ ਪਾਵੇ, ਉਹ ਫਿਰ ਪਿਛਲੇ ਔਗਣ ਬਖਸ਼ ਦਿੰਦਾ। ਔਗਣ ਉਦੋਂ ਹੀ ਬਖਸ਼ੇ ਜਾਂਦੇ ਹਨ ਜਦੋਂ ਮੁੜ ਕੇ ਬੰਦਾ ਔਗਣ ਨਹੀਂ ਕਰਦਾ, ਫਿਰ ਬਖਸ਼ੇ ਜਾਂਦੇ ਨੇ। ਸਾਡੀ ਉਹੀ ਬੁਰਾਈ ਬਖਸ਼ੀ ਜਾਂਦੀ ਹੈ ਜਿਸ ਬੁਰਾਈ ਤੋਂ ਅਸੀਂ ਤੋਬਾ ਕਰ ਲਈਏ ਵੀ ਅੱਗੇ ਤੋਂ ਮੈਂ ਨਹੀਂ ਕਰਦਾ। ਅਤੇ ਜੇ ਅਸੀਂ ਅੱਗੇ ਤੋਂ ਬੁਰਾਈ ਬੰਦ ਕਰ ਦਿੱਤੀ ਹੈ ਤਾਂ ਪਿੱਛੇ ਜੋ ਕੀਤਾ ਸੀ ਬਖਸ਼ਿਆ ਜਾਂਦਾ ਹੈ, ਬਖਸ਼ਿਆ ਜਾਂਦਾ। ਇਸ ਲਈ ਫਿਰ ਗੁਰੂ ਮਹਾਰਾਜ ਵੀ ਸਾਡੀ ਸਹਾਇਤਾ ਕਰਦੇ ਅਤੇ ਨਾਮ ਜਪਦੇ ਆ, ਫਿਰ ਪਰਮਾਤਮਾ ਵੀ ਸਹਾਇਤਾ ਕਰਦਾ। ਕਿਉਂਕਿ ਜੋ ਸਾਡੇ ਕਰਮਾਂ ਨੂੰ ਵੇਖਣ ਲੱਗੇ ਨਾ, ਫਿਰ ਤਾਂ ਕਦੇ ਵੀ ਸਾਡੀ ਮੁਕਤੀ ਨਹੀਂ ਹੋ ਸਕਦੀ। ਉਹ ਸਾਡੇ ਕਰਮਾਂ ਨੂੰ ਫਿਰ ਵੇਖਦੇ ਹੀ ਨਹੀਂ। ਜਦੋਂ ਅਸੀਂ ਉਸ ਦਾ ਨਾਮ ਜਪਦੇ ਹਾਂ, ਅਸੀਂ ਉਹਦੀ ਭਗਤੀ ਕਰਦੇ ਹਾਂ, ਤਾਂ ਗੁਰਬਾਣੀ ਕਹਿੰਦੇ ਪਰਮਾਤਮਾ ਦਾ ਨਾਮ ਹੈ ਭਗਤ ਵਛਲ। ਵਛਲ ਹੁੰਦਾ ਪਿਆਰ ਕਰਨ ਵਾਲਾ। ਜਿਹੜਾ ਪਰਮਾਤਮਾ ਦੀ ਭਗਤੀ ਕਰਦਾ, ਪਰਮਾਤਮਾ ਨੂੰ ਪਿਆਰ ਕਰਦਾ ਬਸ, ਅਤੇ ਫਿਰ ਪਿਆਰੇ ਦੇ ਕਦੇ ਔਗਣ ਨਹੀਂ ਵੇਖੇ ਜਾਂਦੇ। ਇਹ ਕਿਆ ਆਖਰ, ਦੁਸ਼ਮਣ ਦੇ ਵਿੱਚ ਸਾਨੂੰ ਕਦੇ ਗੁਣ ਨਹੀਂ ਦਿਸਦਾ ਅਤੇ ਪਿਆਰੇ 'ਚ ਕਦੇ ਔਗਣ ਨਹੀਂ ਦਿਸਦਾ। ਦੁਸ਼ਮਣ ਕਿੰਨਾ ਵੀ ਚੰਗਾ ਕਿਵੇਂ, ਸਾਨੂੰ ਉਹਦੇ 'ਚ ਔਗਣ ਹੀ ਔਗਣ ਦਿਸਦੇ ਨੇ, ਗੁਣ ਦਿਸਦੇ ਹੀ ਕੋਈ ਨਹੀਂ, ਕਿਉਂਕਿ ਸਾਡਾ ਦੁਸ਼ਮਣ ਹੈ। ਜਿਹੜਾ ਸਾਡਾ ਪਿਆਰਾ ਹੈ ਉਹਦੇ 'ਚ ਸਾਨੂੰ ਔਗਣ ਹੀ ਨਹੀਂ ਦਿਸਦਾ, ਗੁਣ ਹੀ ਗੁਣ ਦਿਸਦੇ ਨੇ। ਅਤੇ ਜਦੋਂ ਪਰਮਾਤਮਾ ਸਾਨੂੰ ਪਿਆਰ ਕਰੇਗਾ ਫਿਰ ਸਾਡੇ ਔਗਣਾਂ ਵੱਲ ਵੇਖੇਗਾ ਹੀ ਨਹੀਂ, ਫਿਰ ਉਹ ਵੇਖੇਗਾ ਹੀ ਨਹੀਂ ਸਾਡੇ ਔਗਣਾਂ ਵੱਲ। ਇਸ ਲਈ ਔਗਣ ਕੋ ਨਾ ਚਿਤਾਰੇ, ਫਿਰ ਨਹੀਂ ਉਹ ਖਿਆਲ ਰੱਖਦਾ ਵੀ ਕੀ ਕਰਦਾ ਰਹੇ ਕੀ ਨਹੀਂ ਕਰਦਾ। ਐਂ ਤਾਂ ਫਿਰ ਗਣਕਾਂ ਨੇ ਤਾਂ ਕਦੇ ਵੀ ਨਹੀਂ ਇਸ ਪਾਰ ਉਤਾਰਾ ਹੋਣਾ ਉਹਦਾ। ਉਹਨੇ ਸੋਚੇ ਹੀ ਨਹੀਂ, ਬਸ ਫਿਰ ਗੁਰੂ ਨੇ ਉਹਨੂੰ ਗੁਰਮੰਤਰ ਦੇ ਦਿੱਤਾ, ਪਰ ਫਿਰ ਚੱਲ ਸੋ ਚੱਲ, ਚੱਲ ਸੋ ਚੱਲ। ਸਿਰਫ ਅੱਗੇ ਤੋਂ ਉਹਨੇ ਜਿਹੜਾ ਹੈ ਇਹ ਵੇਸ ਆਪਣਾ ਛੱਡਦਾ, ਬੁਰਾਈ ਅੱਗੇ ਤੋਂ ਛੱਡਦੀ ਹੈ, ਮੁੜ ਕੇ ਕੀਤੀ ਨਹੀਂ। ਅਤੇ ਨਾਮ ਜਪੀਏ ਪਰਮਾਤਮਾ ਨੇ ਸਾਰੇ ਹੀ ਔਗਣ ਬਖਸ਼ਦੇ, ਸਾਰੇ ਔਗਣ ਬਖਸ਼ਦੇ। ਇਸ ਲਈ ਕੋਈ ਕਿਹੋ ਜਿਹਾ ਵੀ ਰਿਹਾ ਉਸ ਨੂੰ ਅਫਸੋਸ ਨਹੀਂ ਕਰਦੇ ਰਹਿਣਾ ਚਾਹੀਦਾ। ਜੋ ਹੋ ਗਿਆ ਹੁਣ ਹੋ ਗਿਆ ਹੈ, ਉਹਨੂੰ ਤਾਂ ਅਣਡਣ ਨਹੀਂ ਕੀਤਾ ਜਾ ਸਕਦਾ। ਉਸ 'ਤੇ ਫਿਰ ਅਫਸੋਸ ਕਰਨ ਦਾ ਕੀ ਫਾਇਦਾ ਹੈ। ਉਹਦਾ ਇੱਕੋ ਹੀ ਢੰਗ ਹੈ ਕਿ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ, ਬਸ ਸਮਾਂ ਪਾ ਕੇ ਆਪੇ ਸਭ ਕੁਝ ਠੀਕ ਹੋ ਜਾਏਗਾ।
ਇੱਕੋ ਗੱਲ ਪੱਲੇ ਬੰਨ ਲੈਣੀ ਵੀ ਇਸ ਦਾ ਵੱਧ ਤੋਂ ਵੱਧ ਨਾਮ ਜਪਣਾ ਬਸ, ਸਭ ਕੁਝ ਠੀਕ ਹੋ ਜਾਊਗਾ। ਤੁਹਾਡੇ ਦੁੱਖ ਦੂਰ ਹੋ ਜਾਣਗੇ, ਤੁਹਾਡੀ ਗਰੀਬੀ ਦੂਰ ਹੋ ਜਾਏਗੀ, ਤੁਹਾਡੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ, ਤੁਹਾਡੀਆਂ ਮੁਸੀਬਤਾਂ ਦੂਰ ਹੋ ਜਾਣਗੀਆਂ, ਬੜਾ ਕੁਛ ਦੂਰ ਹੋ ਜਾਏਗਾ। ਨਾਮ ਜਪੀ ਜਾਣਾ ਬਸ। ਗੁਰੂ ਮਹਾਰਾਜ ਕਹਿੰਦੇ ਜਿਤਨੇ ਰਸ ਅਨ ਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ। ਫੀਕ ਫਿਕਾਨੇ ਅਤੀ ਫਿੱਕੇ। ਪਰਮਾਤਮਾ ਦੇ ਨਾਮ ਰਸ ਤੋਂ ਬਿਨਾਂ ਹੋਰ ਅਨ ਰਸ, ਭਾਵ ਹੋਰ ਰਸ, ਹੋਰ ਜਿੰਨੇ ਵੀ ਰਸ ਅਸੀਂ ਵੇਖੇ ਨੇ ਨਾ, ਸਾਰੇ ਫਿੱਕੇ ਨੇ। ਕਹਿੰਦੇ ਕਿ ਨਾਮ ਰਸ ਹੀ ਮਿੱਠਾ ਹੈ, ਬਾਕੀ ਸਾਰੇ ਫਿੱਕੇ। ਤੁਸੀਂ ਕਿਸੇ ਵੀ ਚੀਜ਼ ਨੂੰ ਖਾਈ ਜਾਓ, ਖਾਈ ਜਾਓ, ਮਨ ਭਰ ਜਾਏਗਾ। ਨਾਮ ਤੋਂ ਨਹੀਂ ਮਨ ਭਰਦਾ। ਜਿਉਂ ਜਿਉਂ ਨਾਮ ਜਪੇਗਾ ਹੋਰ ਜੀ ਕਰੇਗਾ, ਹੋਰ ਜੀ ਕਰੇਗਾ, ਇੱਕ ਦਿਨ ਪ੍ਰਾਪਤੀ ਕਰ ਲਓ। ਬਾਕੀ ਹੋਰ ਕੋਈ ਚੀਜ਼ ਖਾਈ ਜਾਓ, ਖਾਈ ਜਾਓ, ਉਹ ਮਨ ਭਰ ਜਾਏਗਾ, ਮੁੜ ਕੇ ਨਹੀਂ ਜੀ ਕਰਦਾ ਛੇਤੀ ਛੇਤੀ ਖਾਣ ਨੂੰ। ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ। ਗੁਰੂ ਨੂੰ ਮਿਲ ਕੇ ਜਦੋਂ ਕਹਿੰਦੇ ਹਰੀ ਦੇ ਨਾਮ ਰਸ ਨੂੰ ਅਸੀਂ ਚਖਿਆ, ਉਹ ਪਤਾ ਕਹਿੰਦੇ ਕਿਹੋ ਜਿਹਾ ਮਿੱਠਾ ਸੀ? ਗੰਨੇ ਵਰਗਾ, ਗੰਨੇ ਦੇ ਰਸ ਵਰਗਾ ਮਿੱਠਾ ਸੀ। ਗੰਨਾ ਮਿੱਠਾ ਹੁੰਦਾ ਨਾ, ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ, ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਨੂੰ ਮਿਲ ਕੇ ਜਦੋਂ ਅਸੀਂ ਨਾਮ ਰਸ ਪੀਤਾ ਨਾ, ਚਖਿਆ, ਇਹ ਤਾਂ ਸਾਨੂੰ ਐਂ ਲੱਗਾ ਜਿਵੇਂ ਗੰਨੇ ਦਾ ਰਸ ਪੀ ਰਹੇ ਹੋਈ। ਜਿਨ ਕੋ ਗੁਰ ਸਤਿਗੁਰ ਨਹੀਂ ਭੇਟਿਆ, ਤੇ ਸਾਕਤ ਮੂੜ ਦੇਵਾਨੇ। ਜਿਨ੍ਹਾਂ ਨੂੰ ਗੁਰੂ ਨਹੀਂ ਨਾ ਮਿਲਿਆ, ਉਹ ਤੇ ਸਾਕਤ ਨੇ, ਉਹ ਤੇ ਰੱਬ ਨਾਲੋਂ ਟੁੱਟੇ ਹੋਏ ਨੇ, ਉਹ ਤੇ ਮੂਰਖ ਨੇ, ਦੀਵਾਨੇ, ਉਹ ਤੇ ਕਮਲੇ ਨੇ, ਉਹ ਤੇ ਕਮਲੇ। ਤਿਨ ਕੇ ਕਰਮਹੀਣ ਧੁਰ ਪਾਏ, ਉਹਨਾਂ ਦੇ ਬਦਕਿਸਮਤੀ ਧੁਰੋਂ ਹੀ ਲਿਖੀ ਹੋਈ ਹੈ। ਉਹ ਕਰਮਾਂ ਤੋਂ ਹੀਣ ਨੇ, ਬਦਕਿਸਮਤ ਨੇ, ਉਹ ਤਾਂ ਧੁਰੋਂ ਹੀ ਇਸ ਤਰ੍ਹਾਂ ਲਿਖ ਦਿੱਤਾ ਹੋਇਆ। ਉਹ ਤਾਂ ਇਸ ਤਰ੍ਹਾਂ ਨਾਲ ਜਿਵੇਂ ਦੇਖ ਦੀਪਕ ਮੋਹ ਪਛਾਣੇ, ਜਿਵੇਂ ਦੀਵੇ ਨੂੰ ਵੇਖ ਕੇ ਪਤੰਗੇ ਜਿਹੜੇ ਨੇ ਉਹ ਚਾਨਣ ਦੇ ਮੋਹ ਚ ਆ ਕੇ ਪਛਾਣੇ ਗਲ ਸੜ ਜਾਂਦੇ ਨੇ ਵਿੱਚ। ਕਿਉਂ? ਉਹ ਦੀਵੇ ਨੂੰ ਵੇਖਦੇ ਨੇ, ਚਾਨਣ ਵੇਖਦੇ ਨੇ, ਉਹ ਫਿਰ ਚਾਨਣ ਵੱਲ ਨੂੰ ਜਾਂਦੇ ਨੇ। ਜੇ ਨੇੜੇ ਜਾਂਦੇ ਨੇ ਉਹ ਅੱਗ 'ਚ ਡਿੱਗ ਪੈਂਦੇ ਨੇ, ਸੜ ਜਾਂਦੇ ਨੇ। ਇਸ ਤਰ੍ਹਾਂ ਹੀ ਭਾਗਹੀਣ ਨੇ, ਕਰਮਹੀਣ ਨੇ। ਜਿਨ ਕੋ ਤੁਮ ਦਇਆ ਕਰ ਮੇਲੋ, ਤੇ ਹਰ ਹਰ ਸੇਵ ਲਗਾਨੇ। ਹੇ ਪ੍ਰਮਾਤਮਾ, ਜਿਨ੍ਹਾਂ 'ਤੇ ਤੁਸੀਂ ਦਇਆ ਕਰਕੇ ਗੁਰੂ ਨਾਲ ਮਿਲਾ ਦਿੰਦੇ ਹੋ ਨਾ, ਉਹ ਫਿਰ ਹਰੀ ਦੀ ਸੇਵਾ ਕਰਨ ਲੱਗਦੇ, ਭਾਵ ਹਰੀ ਦਾ ਸਿਮਰਨ ਕਰਨ ਲੱਗਦੇ। ਦਇਆ ਪ੍ਰਮਾਤਮਾ ਹੀ ਕਰਦਾ। ਉਹ ਕਿਤੇ ਉਹ ਸਾਨੂੰ ਗੁਰੂ ਦੇ ਕੋਲ ਭੇਜਦਾ, ਜੋ ਭਾਈ ਅੱਗੇ ਫਿਰ ਇਹ ਗੁਰੂ ਦਾ ਕੰਮ ਹੈ, ਪਰਮਾਤਮਾ ਦਾ ਕੰਮ ਹੈ ਸਾਨੂੰ ਗੁਰੂ ਨਾਲ ਮਿਲਾਉਣਾ, ਅਤੇ ਅੱਗੇ ਗੁਰੂ ਦਾ ਕੰਮ ਹੈ ਸਾਨੂੰ ਪਰਮਾਤਮਾ ਨਾਲ ਮਿਲਾਉਣਾ। ਬਸ। ਅਤੇ ਗੁਰੂ ਸਾਨੂੰ ਪਰਮਾਤਮਾ ਨਾਲ ਤਾਂ ਮਿਲਾਏਗਾ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ। ਜੇ ਗੱਲ ਹੀ ਨਹੀਂ ਮੰਨਣੀ, ਨਿਰਾ ਪੁੱਤਰ ਹੋਣ ਨਾਲ ਤਾਂ ਕੋਈ ਗੱਲ ਨਹੀਂ ਬਣਦੀ। ਪੁੱਤਰ ਜੋ ਤੁਹਾਡੇ ਅੱਖ ਹੀ ਨਹੀਂ ਲੱਗਦਾ, ਅੱਖ ਹੀ ਨਹੀਂ ਤੁਹਾਡਾ ਲੱਗਦਾ। ਇਹ ਘਰ ਮੇਰਾ ਪੁੱਤਰ ਸ਼ਰਾਬ ਪੀਂਦਾ, ਮੇਰਾ ਪੁੱਤਰ ਭੁੱਕੀ ਖਾਂਦਾ, ਮੇਰਾ ਪੁੱਤਰ ਫੀਮ ਖਾਂਦਾ, ਮੇਰਾ ਪੁੱਤਰ ਚਿੱਟਾ ਪੀਂਦਾ, ਇੱਕ ਪਤਾ ਨਹੀਂ ਹੋਰ ਨੇ ਕੀ ਦੱਸਿਆ, ਹਾਂ ਬੀੜੀ ਸਿਗਰਟ ਪੀਂਦਾ। ਦੱਸ ਇਹੋ ਜਿਹੇ ਪੁੱਤ ਤੋਂ ਕੀ ਕਰਾਉਣਾ ਜੀ? ਐਵੇਂ ਮਨ ਨੂੰ ਝੂਠੀ ਤਸੱਲੀ ਹੈ ਨਾ, ਮੇਰੇ ਪੁੱਤਰ ਹੈ। ਝੂਠੀਆਂ ਤਸੱਲੀਆਂ ਜਿੰਨੀ ਮਰਜ਼ੀ ਦੇ ਲਓ, ਇਹ ਸਭ ਝੂਠੀਆਂ ਤਸੱਲੀਆਂ ਨੇ ਵੀ ਮੇਰੇ ਪੁੱਤਰ ਹੈ।
ਇਹ ਇੱਕ ਮੈਂ ਉਹ ਲਿਸਟ ਪੜ੍ਹ ਕੇ ਹੈਰਾਨ ਹੋ ਗਿਆ। ਨਹੀਂ ਤਾਂ ਆਮ ਤਾਂ ਇੱਕ ਦੋ ਨਸ਼ਿਆਂ ਵਾਲੇ ਮੇਰੇ ਕੋਲ ਆਉਂਦੇ ਨੇ, ਕੋਈ ਕਹਿੰਦਾ ਸ਼ਰਾਬ ਪੀਂਦਾ ਜੀ, ਕੋਈ ਕਹਿੰਦਾ ਕੋਈ ਬੀੜੀ ਸਿਗਰਟ ਪੀਂਦਾ, ਉਹਦੇ 5 ਲਿਖੇ ਸੀ। ਮੈਂ ਵਾਹ, ਮੈਂ ਇਹਦਾ ਪਾਰ ਉਤਾਰਾ ਕਿਵੇਂ ਹੋਏਗਾ। ਮੈਂ ਕੋਈ ਨਹੀਂ ਬੀਬਾ ਪਾਠ ਕਰੋ। ਫਿਰ 40 ਦਿਨਾਂ ਬਾਅਦ ਮੈਨੂੰ ਦੱਸਿਓ ਵੀ ਕੋਈ ਗੱਲ ਬਣੀ, ਕਰੋ ਪਾਠ। ਕਿਉਂਕਿ ਜਲ ਰੱਖ ਕੇ ਜਦੋਂ ਅਸੀਂ ਪਾਠ ਕਰਦੇ ਹਾਂ, ਉਹ ਬਾਣੀ ਪਾਣੀ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਜਿਵੇਂ ਬਾਣੀ ਮਨੁੱਖ ਦੇ ਸੁਭਾਅ ਨੂੰ ਬਦਲਦੀ ਹੈ, ਇਸ ਤਰ੍ਹਾਂ ਬਾਣੀ ਵਾਲਾ ਪਾਣੀ ਫਿਰ ਮਨੁੱਖ ਜਿਹੜਾ ਪੀਂਦਾ ਉਹਦੇ ਸੁਭਾਅ ਨੂੰ ਬਦਲਦਾ, ਉਹ ਸੁਭਾਅ ਨੂੰ ਬਦਲਦਾ। ਸਰੋਵਰ ਹੈ, ਤੁਸੀਂ ਉਸ ਵਿੱਚ ਇਸ਼ਨਾਨ ਕਰੋਗੇ, ਉਹ ਤੁਹਾਡੇ ਸੁਭਾਅ ਨੂੰ ਨਹੀਂ ਬਦਲੇਗਾ। ਹਾਂ, ਤੁਹਾਡੀ ਬਿਮਾਰੀ ਕੋਈ ਦੂਰ ਕਰ ਸਕਦਾ, ਕਿਉਂਕਿ ਕੁਝ ਬਾਣੀ ਘੁਲੀ ਹੋਈ ਹੈ। ਤੁਸੀਂ ਅੱਜ ਜੀ ਮੈਨੂੰ ਆਹ ਬਿਮਾਰੀ ਹੈ ਜੀ, ਮੈਨੂੰ ਆਹ ਪ੍ਰੋਬਲਮ ਹੈ ਜੀ, ਅਸੀਂ ਤੁਹਾਨੂੰ ਪੜ੍ਹ ਦਿੰਦੇ ਹਾਂ। ਜਿਹੜਾ ਸਰੋਵਰ ਹੈ ਉਹ ਸਾਰਾ ਦਿਨ ਕੀਰਤਨ ਹੁੰਦਾ ਰਹਿੰਦਾ, ਕਥਾ ਵਰਦਾ, ਉਸ ਦੇ ਵਿੱਚ ਬਾਣੀ ਪਾਣੀ 'ਚ ਘੁਲ ਜਾਂਦੀ ਹੈ। ਉਸ ਪਾਣੀ 'ਚ ਤੁਸੀਂ ਇਸ਼ਨਾਨ ਕਰੋਗੇ, ਕਈ ਤੁਹਾਡੀਆਂ ਬਿਮਾਰੀਆਂ ਦੂਰ ਹੋ ਸਕਦੀਆਂ, ਕਿਉਂਕਿ ਉਹ 'ਚ ਬਾਣੀ ਘੁਲੀ ਹੋਈ ਹੈ। ਪਰ ਅੰਦਰ ਤਾਂ ਅਸਰ ਹੋਏਗਾ ਜੇ ਅਸੀਂ ਉਹਨੂੰ ਪੀਵਾਂਗੇ, ਜਾਂ ਭਾਈ ਫਿਰ ਬਾਣੀ ਪੜ੍ਹਾਂਗੇ ਅਤੇ ਨਾਮ ਜਪਾਂਗੇ। ਇਸ ਲਈ ਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਕਰਨਾ ਹੈਗਾ। ਭੁਲਾਈ ਚੱਲੋ, ਭੁਲਾਈ ਚੱਲੋ, ਆਪੇ ਹੌਲੀ 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 ਬਦਲ ਜਾਏਗਾ। ਸਿਰਫ ਇੰਨਾ ਕਿ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ, ਨਹੀਂ ਤਾਂ ਉਹਨੇ ਜ਼ਿੱਦ 'ਚ ਆ ਕੇ ਫਿਰ ਕਰਨਾ ਨਹੀਂ ਹੈਗਾ। ਇੱਕ ਮੁੰਡਾ ਆ ਗਿਆ, ਉਹਦੀ ਮਾਂ ਆ ਗਈ। ਮੈਂ ਕਿਹਾ ਜੀ ਇਹ 2 ਪੇਪਰਾਂ ਦੇ ਵਿੱਚੋਂ ਇਹ ਫੇਲ ਹੋਵੇਗਾ। ਅੱਛਾ, ਉਹ ਕਹਿੰਦਾ ਮਾਂ ਮੈਂ ਤੈਨੂੰ ਪਾਸ ਹੋ ਕੇ ਵਿਖਾਊਂ। ਉਹਨੇ ਬਾਕੀ ਪੇਪਰਾਂ ਦੀ ਤਿਆਰੀ ਛੱਡ ਦਿੱਤੀ, ਉਹਨਾਂ ਦੋਨੋਂ ਪੇਪਰਾਂ ਨੂੰ ਲੱਗਿਆ ਰਿਹਾ। ਕਹਿੰਦਾ ਮੈਂ ਤੂੰ ਬਾਬਿਆਂ ਕੋਲੇ ਫਿਰੀ ਜਾਨੀ। ਉਹ ਕਹਿੰਦਾ ਫੇਲ ਹੋਏ, ਮੈਂ ਤਾਂ ਪਾਸ ਹੋ ਕੇ ਵਿਖਾਊਂ। ਜਿੱਦੇ ਉਹ ਪੇਪਰ ਸਨ, ਉਹਦੇ ਉਹਨੂੰ ਬੁਖਾਰ ਚੜ੍ਹ ਗਿਆ, ਬੁਖਾਰ ਹੀ ਉਤਰਿਆ, ਉਹ ਦੋਨੋਂ ਪੇਪਰ ਦੇ ਹੀ ਨਹੀਂ ਸਕਿਆ, ਫੇਲ ਹੋ ਗਿਆ, ਫੇਲ ਹੋ ਗਿਆ। ਮਾਂ ਕਹਦੀ ਵੇ ਤੂੰ ਫਜ਼ੂਲ ਦਾ ਬੋਲੀ ਜਾਂਦਾ, ਬਾਬੇ ਦੇ ਮਗਰ ਫਿਰੀ ਜਾਂਦਾ, ਮੈਂ ਤੈਨੂੰ ਪਾਸ ਮੈਂ ਤੂੰ ਪਾਸ ਤਾਂ ਹੋਇਆ ਨਹੀਂ। ਚਲੋ ਜੀ, ਅਗਲੀ ਵਾਰੀ ਫਿਰ ਆ ਗਈ। ਮੈਂ ਐਤਕੀ ਉਹ +2 'ਚੋਂ ਇਹਨਾਂ ਪੇਪਰਾਂ 'ਚ ਇਹਨਾਂ ਪਹਿਲਾਂ ਆ ਗਿਆ ਵੀ ਇਹ ਇੰਗਲਿਸ਼ 'ਚ ਫੇਲ ਹੋਊਗਾ। ਠੀਕ ਹੈ, ਪਹਿਲੇ ਸੀ। ਮੈਂ ਕਿਹਾ ਉਹ ਪਾਸ ਹੋ ਜਾਏਗਾ। ਕਹਿੰਦਾ ਮੈਂ ਦੇਖਦਾ, ਮੈਂ ਪੇਪਰ ਹੀ ਨਹੀਂ ਦੇਣਾ, ਫਿਰ ਕਿਵੇਂ ਪਾਸ ਹੋ ਜਾਵਾਂਗਾ। ਕਹਿੰਦਾ ਮੈਂ ਪੇਪਰ ਦੇਣ ਗਿਆ, ਆਪਣਾ ਰੋਲ ਨੰਬਰ ਲਿਖਿਆ, ਬੈਠਾ ਕਿ ਉਹ 1.5 ਘੰਟੇ ਤੋਂ ਪਹਿਲਾਂ ਬਾਹਰ ਨਹੀਂ ਨਿਕਲ ਦਿੰਦੇ। ਉਹ ਮੈਨੂੰ ਕਹਿੰਦਾ ਸੁਪਰਵਾਈਜ਼ਰ, ਭਾਈ ਤੂੰ ਲਿਖਦਾ ਨਹੀਂ? ਕਹਿੰਦਾ ਨਾ ਜੀ ਮੈਂ ਲਿਖਣਾ। ਕਹਿੰਦਾ ਤੈਨੂੰ ਆਉਂਦਾ ਨਹੀਂ? ਕਹਿੰਦਾ ਨਾ ਜੀ ਮੈਂ ਲਿਖਣਾ ਹੀ ਨਹੀਂ ਬਸ। ਉਹ ਵੀ ਹੈਰਾਨ, ਵੀ ਕਮਾਲ ਹੈ। ਉਹ ਕਹਿੰਦਾ ਤੈਨੂੰ ਪੇਪਰ ਆਉਂਦਾ ਨਹੀਂ? ਕਹਿੰਦਾ ਆਉਂਦਾ ਜੀ। ਫਿਰ ਤੂੰ ਲਿਖਦਾ ਇੱਕ ਪਾਸੇ, ਜੇ ਨਹੀਂ ਲਿਖਣਾ ਖਾਲੀ ਛੱਡਿਆ ਪੇਪਰ। ਉਸ ਸਾਲ ਸਰਕਾਰ ਨੇ ਫੈਸਲਾ ਕੀਤਾ ਬਈ ਜਿਨ੍ਹਾਂ ਦੀ ਰੀਪ੍ਰਾਈ ਸੀ ਉਹਨਾਂ ਨੂੰ ਗੋਲਡਨ ਚਾਂਸ ਦਿੱਤਾ ਜਾਂਦਾ ਹੈ, ਜਿਹੜਾ ਵੀ ਪੇਪਰ 'ਚ ਬਹਿ ਗਿਆ ਉਹਨੂੰ ਪਾਸ ਕਰ ਦਿਓ। ਉਹ ਪਾਸ ਹੋ ਗਿਆ, ਫਿਰ ਆ ਗਿਆ, ਹੁਣ ਮੇਰਾ ਪੱਕਾ ਚੇਲਾ। ਕਹਿੰਦਾ ਮੈਂ 2 ਸਾਲ ਜ਼ਿੱਦ 'ਚ ਆ ਕੇ ਖਰਾਬ ਤਾਂ ਗੱਲ, ਪਰ ਕਹਿੰਦਾ ਮਾਂ ਤੇਰੇ ਬਾਬੇ ਨੂੰ ਬਣ ਗਿਆ। ਸੋ ਦਾਤੇ ਦੀ ਮਰਜ਼ੀ ਹੋਈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੇ। ਇਹ ਪਰਮਾਤਮਾ ਜਿਨ੍ਹਾਂ ਤੁਸੀਂ ਦਇਆ ਕਰਕੇ ਗੁਰੂ ਨਾਲ ਮਿਲਾਉਂਦੇ ਨਾ, ਫਿਰ ਉਹ ਹਰੀ ਦੀ ਸੇਵਾ ਕਰਨ ਲੱਗ, ਭਾਵ ਹਰੀ ਦਾ ਸਿਮਰਨ ਕਰਨ ਲੱਗ ਜਾਂਦੇ। ਜਨ ਨਾਨਕ ਹਰ 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 ਜਪ ਪ੍ਰਗਟੇ, ਮਤ ਗੁਰਮਤਿ ਨਾਮ ਸਮਾਨੇ। ਜਿਹੜੇ ਜਨ ਹੁੰਦੇ ਨੇ ਪਰਮਾਤਮਾ ਦੇ, ਹਰ 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 ਜਪ ਪ੍ਰਗਟ,
ਉਹ ਹਰੀ ਦਾ ਜਾਪ ਕਰ ਕਰਕੇ ਪ੍ਰਸਿੱਧ ਹੋ ਜਾਂਦੇ, ਪ੍ਰਗਟੇ ਪ੍ਰਸਿੱਧ ਹੋ ਜਾਂਦੇ। ਮਤ ਗੁਰਮਤਿ ਨਾਮ ਸਮਾਨੇ, ਗੁਰੂ ਦੀ ਮੱਤ 'ਤੇ ਚੱਲ ਕੇ ਉਹ ਨਾਮ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਭਾਵੇਂ ਇੰਨਾ ਨਾਮ ਜਪਦੇ ਨੇ। ਨਾਮ ਜਪ ਜੋ ਕਿ ਬੰਦਾ ਪ੍ਰਸਿੱਧ ਹੋ ਜਾਂਦਾ। ਆਪਣੀ ਪ੍ਰਸਿੱਧੀ ਦਾ ਹਰ ਇੱਕ ਨੂੰ ਸ਼ੌਕ ਹੈ, ਆਪਣੀ ਵਡਿਆਈ ਦਾ ਹਰ ਇੱਕ ਨੂੰ ਸ਼ੌਕ ਹੈ। ਗੁਰਬਾਣੀ ਕਦੇ ਕਿਸੇ ਨੂੰ ਤੇਰੇ ਤਰਲੇ ਨਹੀਂ ਕਰੇ ਤੂੰ ਮੇਰੀ ਵਡਿਆਈ ਕਰ, ਤੂੰ ਨਾਮ ਜਪੀ ਜਾ ਜਪੀ ਜਾ ਜਪੀ ਜਾ ਜਪੀ ਜਾ। ਪਰਮਾਤਮਾ ਕਹਿੰਦਾ ਅੱਛਾ ਤੂੰ ਮੇਰੀ ਵਡਿਆਈ ਕਰ ਦੇ, ਚੱਲ ਮੈਂ ਤੇਰੀ ਕਰਾ ਦਿੰਦਾ। ਪਰਮਾਤਮਾ ਮੇਰਾ ਸਵਾਰਥੀ ਨਹੀਂ, ਮੈਂ ਦੇਖਿਆ ਬਾਣੀ ਨੂੰ ਬੜੇ ਧਿਆਨ ਨਾਲ ਪੜ੍ਹ ਕੇ, ਉਹ ਸਵਾਰਥੀ ਨਹੀਂ ਹੈ ਵੀ ਹਾਂ ਰਾਮ 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 ਕਰੀ ਜਾਓ ਜੀ ਬਸ, ਨਹੀਂ। ਉਹਨੇ ਵਾਰੀ ਵਾਰੀ ਗੁਰਬਾਣੀ ਲਿਖਿਆ, ਜੇ ਤੁਸੀਂ ਮੇਰਾ ਨਾਮ ਜਪੋ ਮੈਂ ਤੁਹਾਨੂੰ ਆਹ ਦਿਆਂਗਾ, ਜੇ ਮੇਰਾ ਨਾਮ ਜਪੋ ਤੁਹਾਡਾ ਮੈਂ ਆਹ ਕਰਾਂਗਾ, ਜੇ ਤੂੰ ਮੇਰਾ ਨਾਮ ਜਗਾ ਆਹ ਕਰਾਂਗਾ। ਉਹੀ ਨਹੀਂ ਹੈ ਵੀ ਐਵੇਂ ਕਹੇ ਰੱਬ ਕਹੇ ਹਾਂ ਜੀ ਮੇਰਾ ਨਾਮ ਜਪੀ ਜਾਓ ਜੀ, ਫਿਰ ਕੌਣ ਜਪਦਾ? ਹਰ ਬੰਦਾ ਸਵਾਰਥੀ ਹੈ, ਚਾਹੇ ਭਗਤ ਹੈ ਚਾਹੇ ਆਪਾਂ। ਜੇ ਭਗਤ ਭਗਤੀ ਕਰਦੇ ਨੇ ਆਪਣੇ ਸਵਾਰਥ ਲਈ ਕਰਦੇ ਨੇ, ਪਰਮਾਤਮਾ ਦੀ ਪ੍ਰਾਪਤੀ ਲਈ ਕਰਦੇ ਨੇ। ਆਮ ਲੋਕ ਜਿਹੜੇ ਪਾਠ ਕਰਦੇ ਨੇ ਉਹ ਆਪਣੇ ਸਵਾਰਥ ਲਈ ਕਰਦੇ ਨੇ, ਅਤੇ ਪਰਮਾਤਮਾ ਨੂੰ ਇਸ ਗੱਲ ਦਾ ਪਤਾ ਹੋਵੇ ਤਾਂ ਮੇਰੇ ਕੇ ਨਾਮ ਹੀ ਨਹੀਂ ਜਪਣਾ, ਜੇ ਇਹਨਾਂ ਨੇ ਇਹਦੇ ਬਦਲੇ ਕੁਛ ਨਾ ਮਿਲਿਆ ਤੇ ਉਹਦੇ ਬਦਲੇ। ਚਾਹੇ ਅਸੀਂ ਸੇਵਾ ਕਰਦੇ ਗੁਰਦੁਆਰੇ ਜਾ ਕੇ, ਨਹੀਂ ਫਿਰ ਵੀ ਉਹਦੇ ਬਦਲੇ ਅਸੀਂ ਕੋਈ ਮੰਗਦੇ ਹਾਂ। ਪੈਸਾ ਤਾਂ ਨਹੀਂ ਲੈਂਦੇ ਸੇਵਾ ਕਰਨ ਦਾ, ਤਨਖਾਹ ਤਾਂ ਨਹੀਂ ਲੈਂਦੇ, ਪਰ ਉਹਦੇ ਬਦਲੇ ਮੰਗਦੇ ਆ। ਸੇਵਾ ਕਰਕੇ ਹਟਦੇ ਹੋ ਉੱਥੇ, ਫਿਰ ਮੱਥਾ ਟੇਕਣ ਜਾਂਦੇ ਹੋ, ਫਿਰ ਖੜ੍ਹ ਕੇ ਮੰਗਦੇ ਹੋ ਨਾ। ਬਸ ਕੋਈ ਪਾਠ ਕਰ ਰਿਹਾ, ਸਿਮਰਨ ਕਰ ਰਿਹਾ, ਸੇਵਾ ਕਰ ਰਿਹਾ, ਉਹਦੇ ਮਗਰ ਸਵਾਰਥ ਹੁੰਦਾ ਹੈ। ਸਿਰਫ ਇੰਨਾ ਜੇ ਕਿ ਪਰਮਾਤਮਾ ਦੀ ਪ੍ਰਾਪਤੀ ਦਾ ਸਵਾਰਥ ਹੈ ਤਾਂ ਪਰਮਾਤਮਾ ਇਸ 'ਤੇ ਬੜਾ ਖੁਸ਼ ਹੁੰਦਾ ਹੈ, ਖੁਸ਼ ਹੁੰਦਾ। ਇਸ ਗੱਲ 'ਤੇ ਜ਼ਿਆਦਾ ਖੁਸ਼ ਹੁੰਦਾ ਵੀ ਹਾਂ ਇਹ ਮੇਰੀ ਪ੍ਰਾਪਤੀ ਲਈ ਭਜਨ ਬੰਦਗੀ ਕਰ ਰਿਹਾ ਹੈ। ਇਸ ਲਈ ਪਰਮਾਤਮਾ ਭਜਨ ਬੰਦਗੀ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ, ਕਰਦੇ ਰਹਿੰਦਾ ਕਰਦੇ ਰਹਿੰਦਾ। ਉਹਦਾ ਪਤਾ ਨਹੀਂ ਕਿਸ ਵੇਲੇ ਕਿਰਪਾ ਕਰਦੇ। ਇਹ ਨਹੀਂ ਕੋਈ ਜ਼ਰੂਰੀ ਹੁੰਦਾ, ਤੁਸੀਂ ਕਈ ਵਾਰੀ ਦੇਖਿਆ ਹੋਣਾ 60 ਮਿੰਟ ਦਾ ਮੈਚ ਹੈ, 59 ਮਿੰਟਾਂ ਤੱਕ ਕੋਈ ਗੋਲ ਹੀ ਨਹੀਂ ਹੁੰਦਾ। ਦੋਨੋਂ ਟੀਮਾਂ ਢਿੱਲ ਲਾਉਂਦੀਆਂ, 59 ਮਿੰਟ ਅਤੇ 59 ਸੈਕਿੰਡ ਦੇ ਵਿੱਚ ਜਾ ਕੇ ਗੋਲ ਹੋ ਜਾਂਦਾ। ਇੱਕੋ ਸੈਕਿੰਡ ਰਹਿੰਦਾ ਹੈ, ਜਦੋਂ ਗੋਲ ਹੋ ਜਾਂਦਾ ਅਤੇ ਲੰਮੀ ਰੈਫਰੀ ਵਿਸਲ ਵਜਾ ਦਿੰਦਾ ਵੀ ਟਾਈਮ ਓਵਰ ਹੋ ਗਿਆ, ਬਸ ਫਤਿਹ ਹੋ ਗਿਆ। ਅਖੀਰਲੇ ਸੈਕਿੰਡ 'ਚ ਵੀ ਗੱਲ ਬਣ ਸਕਦੀ ਹੈ। ਕਿਸੇ ਨੂੰ ਲੱਗੇ ਰਹਿਣਾ ਚਾਹੀਦਾ, ਲੱਗੇ ਰਹਿਣਾ ਚਾਹੀਦਾ। ਹੁਣ ਪਹਿਲਵਾਨ ਨੇ ਕਿੰਨੀ ਵਾਰੀ ਢਹਿ ਜਾਂਦੇ ਨੇ, ਹੌਂਸਲਾ ਤਾਂ ਨਹੀਂ ਛੱਡਦੇ ਵੀ ਨਾ ਯਾਰ ਮੈਂ ਨਹੀਂ, ਮੈਂ ਤਾਂ ਢਹਿ ਗਿਆ, ਮੈਂ ਨਹੀਂ ਮੁੜ ਕੇ ਘੁਲਦਾ। ਨਹੀਂ, ਫਿਰ ਘੁਲਦੇ ਨੇ। ਟੀਮਾਂ ਹਾਰਦੀਆਂ ਨੇ, ਫਿਰ ਖੇਡਦੀਆਂ ਨੇ। ਇਸ ਲਈ ਹੌਂਸਲਾ ਨਹੀਂ ਛੱਡਣਾ ਚਾਹੀਦਾ। 9ਵੀਂ 10ਵੀਂ ਪੜ੍ਹਦੇ ਸੀ, ਇੱਕ ਕਵਿਤਾ ਹੁੰਦੀ ਸੀ, ਕਿੰਗ ਬਰੂਸ ਐਂਡ ਦਾ ਸਪਾਈਡਰ। ਰਾਜ ਦਾ ਨਾਂ ਸੀ ਬਰੂਸ ਅਤੇ ਸਪਾਈਡਰ ਮੱਕੜੀ ਨੂੰ ਕਹਿੰਦੇ ਨੇ ਜਿਹੜੇ ਜਲ ਲੱਗ ਗਏ। ਉਹ ਗਿਆ ਹਾਰ ਕੇ ਆਪਣੀ ਜਾਨ ਬਚਾਉਣ ਲਈ ਇੱਕ ਗੁਫਾ 'ਚ ਵੜ ਗਿਆ। ਥੱਕਿਆ ਹੋਇਆ ਸੀ, ਲੇਟ ਗਿਆ। ਜੋ ਲੇਟਿਆ ਕੀ ਵੇਖਦਾ, ਉੱਪਰ ਜਾਲੇ 'ਚ ਮੱਕੜੀ ਹੈ। ਉਹ ਆਪਣੇ ਜਾਲੇ 'ਚੋਂ ਹੇਠਾਂ ਡਿੱਗ ਪਈ, ਪਰ ਉਹ ਤੰਦ ਦੇ ਨਾਲ ਲਟਕ ਰਹੀ ਹੈ। ਉਹਨੇ ਫਿਰ ਉੱਪਰ ਨੂੰ ਚੜ੍ਹਨਾ ਸ਼ੁਰੂ ਕਰਤਾ, ਫਿਰ ਨੇੜੇ ਜਾ ਕੇ ਜਾਲੇ ਦੇ ਫਿਰ ਡਿੱਗ ਪਈ ਹੈ। ਉਹਨੇ ਫਿਰ ਚੜ੍ਹਨਾ ਸ਼ੁਰੂ ਕੀਤਾ। 8 ਵਾਰ ਮੱਕੜੀ ਇਸ ਤਰ੍ਹਾਂ ਡਿੱਗੀ। ਰਾਜਾ ਕਹਿੰਦੇ ਮੂਰਖ ਕੀੜਾ ਵੀ ਤੂੰ ਵਾਰੀ ਵਾਰੀ ਡਿੱਗੀ ਜਾਣਾ ਤਾਂ ਤੂੰ ਚੜ੍ਹਨੇ ਛੱਡ ਪਰਾਂ। ਪਰ ਮੱਕੜੀ 9ਵੀਂ ਵਾਰੀ ਜਦ ਫਿਰ ਉਹਨੇ ਯਤਨ ਕੀਤਾ, ਆਪਣੇ ਜਾਲੇ 'ਚ ਪਹੁੰਚ ਗਈ। ਕਿੰਗ ਬਰੂਸ ਲੇਟਿਆ ਸੀ, ਬੈਠਾ ਹੋ ਗਿਆ। ਕਹਿੰਦਾ ਬਰੂਸ ਤੇਰੇ ਨਾਲ ਤਾਂ ਕੀੜਾ ਹੀ ਵਧੀਆ, ਤੂੰ ਇੱਕੋ ਵਾਰੀ ਹਾਰ ਕੇ ਹੌਂਸਲਾ ਛੱਡ ਬੈਠਾ। ਇਹ 8 ਵਾਰੀ ਹਾਰ ਕੇ ਨੇ ਨਹੀਂ ਹੌਂਸਲਾ ਛੱਡਿਆ, ਕਿਹਨੂੰ ਜਿੱਤ ਗਈ ਹੈ।
ਕਿੰਗ ਬਰੂਸ ਨੇ ਦੁਬਾਰਾ ਫੌਜਾਂ ਇਕੱਠੀਆਂ ਕੀਤੀਆਂ, ਫਿਰ ਹਮਲਾ ਕੀਤਾ, ਜਿੱਤ ਗਿਆ। ਤੇ ਉੱਥੇ ਲਿਖਿਆ ਅਖੀਰ ਤੇ ਟਰਾਈ ਅਗੇਨ, ਵਾਰੀ ਵਾਰੀ ਯਤਨ ਕਰਦੇ ਰਹੋ, ਹੌਸਲਾ ਨਹੀਂ ਛੱਡਣਾ। ਕੋਈ ਵੀ ਬੰਦਾ, ਕਿਹੜੀਆਂ ਟੀਮਾਂ ਹਾਰਦੀਆਂ ਜਿਹੜੀ ਹੌਸਲਾ ਛੱਡ ਜਾਂਦੀਆਂ, ਕਿਹੜੀਆਂ ਫੌਜਾਂ ਹਾਰਦੀਆਂ ਜਿਹੜੀ ਹੌਸਲਾ ਛੱਡ ਦਿੰਦੀਆਂ। ਜਿਹੜੇ ਮੇਰੀ ਉਮਰ ਦਾ ਪਤਾ 1971 'ਚ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਬੰਗਲਾਦੇਸ਼ ਜੰਗ ਹੋਈ ਸੀ। ਮਗਰੋਂ ਪਤਾ ਲੱਗਾ ਕਿ ਜਿਹੜੇ ਫੌਜੀ ਸਨ ਪਾਕਿਸਤਾਨ ਦੇ ਬੰਗਲਾਦੇਸ਼ 'ਚ, ਉਹਨਾਂ ਕੋਲ ਜੇ 7 ਦਿਨ ਦਾ ਐਮਨੀਸ਼ਨ ਸੀ, ਗੋਲੀ ਸਿੱਕਾ, ਪਰ ਉਹ ਹੌਸਲਾ ਛੱਡ ਕੇ ਸਾਡੀ ਫੌਜ ਦੇ ਅੱਗੇ 90,000 ਬੰਦੇ ਨੇ ਹੱਥ ਖੜਾ ਕਰਤੇ ਵੀ ਅਸੀਂ ਹਿੰਦੁਸਤਾਨ ਤੋਂ ਹਾਰ ਗਏ, ਸਾਰਿਆਂ ਨੂੰ ਕੈਦ ਕਰ ਲਿਆ। ਜਦ ਮਗਰੋਂ ਦੇਖਿਆ ਵੀ ਹੈ ਇਹਨਾਂ ਕੋਲ ਤਾਂ ਇੰਨਾ ਐਮਨੀਸ਼ਨ ਪਿਆ ਸੀ, ਇਹ ਤਾਂ 7 ਦਿਨ ਸਾਡੇ ਨਾਲ ਲੜ ਸਕਦੇ ਸਨ, ਪਰ ਉਹ ਹੌਸਲਾ ਛੱਡ ਗਏ, ਹੌਸਲਾ ਛੱਡ ਗਏ। ਇਸ ਲਈ ਹੌਸਲਾ ਨਹੀਂ ਜ਼ਿੰਦਗੀ ਛੱਡਣਾ ਚਾਹੀਦਾ, ਲੱਗੇ ਰਹਿਣਾ ਚਾਹੀਦਾ, ਲੱਗੇ ਰਹਿਣਾ ਚਾਹੀਦਾ, ਟਰਾਈ ਅਗੇਨ, ਕਦੇ ਤਾਂ ਗੱਲ ਬਣੇਗੀ। ਸੋ ਇਸ ਲਈ ਆਹੀ ਬਾਣੀ ਕਹਿੰਦੀ, ਕਾਲੇ ਨਹੀਂ ਪੈਣਾ ਵੀ ਹਾਏ ਰੱਬ ਤਾਂ ਜੇ ਮਿਲਿਆ ਨਹੀਂ, ਮਰਨ ਵਾਲੇ ਹੋ ਗਏ ਆ, ਅਜੇ ਗੱਲ ਤਾਂ ਕੋਈ ਬਣੀ ਨਹੀਂ। ਫਿਰ ਮੈਂ ਦੱਸੋ ਯਾਰ ਬੁੱਢੇ ਹੋ ਗਏ, ਬੜੀ ਦੇਰ ਦੇ ਲੱਗੇ ਆ, ਗੱਲ ਤੇ ਕੋਈ ਬਣ ਨਹੀਂ ਰਹੀ ਹੈਗੀ। ਛੱਡ ਨਹੀਂ ਦੇਣਾ, ਛੱਡ ਨਹੀਂ ਦੇਣਾ। ਗਰਕਾਂ ਨੂੰ ਹਮੇਸ਼ਾ ਯਾਦ ਰੱਖਣਾ। ਅਖੀਰਲੇ ਸੈਕਿੰਡ 'ਚ ਉਹਦੀ ਗੱਲ ਬਣ ਗਈ ਸੀ, ਜਦੋਂ ਸੱਪ ਨੇ ਮਾਰਿਆ ਡੰਗ, ਉਹਦੇ ਮੂੰਹ ਨੂੰ ਨਿਕਲਿਆ ਰਾਮ, ਨਾਲ ਜਦੋਂ ਉਹਦੀ ਡੈਥ ਹੋ ਗਈ, ਦੇਵਤੇ ਲੈਣ ਹੋ ਗਏ। ਚਲੋ ਜੀ ਬੈਕੁੰਠ ਧਾਮ ਨੂੰ ਚਲੋ। ਬੈਕੁੰਠ ਧਾਮ ਹਿੰਦੂਆਂ ਦੇ ਅਨੁਸਾਰ ਉਹ ਧਾਮ ਜਿੱਥੇ ਸਿਰਫ ਦੇਵਤੇ ਹੀ ਦੇਵਤੇ ਰਹਿੰਦੇ ਨੇ, ਅਤੇ ਉਹਨਾਂ ਦਾ ਮੁਖੀ ਹੈ ਵਿਸ਼ਨੂੰ ਮਹਾਰਾਜ, ਉਹਨੂੰ ਬੈਕੁੰਠ ਧਾਮ ਕਹਿੰਦੇ। ਸੋ ਇਸ ਲਈ ਲੱਗੇ ਰਹਿਣ, ਜਿੰਨਾ ਵੀ ਸਮਾਂ ਮਿਲੇ, ਜਿੰਨਾ ਵੀ ਸਰੀਰ ਆਗਿਆ ਦੇਵੇ, ਲੱਗੇ ਰਹੋ। ਕਦੇ ਨਾ ਆਸ ਤੇ ਸੰਸਾਰ ਹੈ। ਹੋਪ ਸਸਟੇਨਸ ਲਾਈਫ, ਇੰਗਲਿਸ਼ ਵਾਲਾ ਵੀ ਕਹਿੰਦੇ। ਆਸ ਹੀ ਲਾਤੀ ਹੈ, ਫਿਰ ਗਿਆ। ਆਸ ਤੇ ਸੰਸਾਰ ਹੈ। ਜੇ ਆਸ ਹੈ ਤਾਂ ਤੁਸੀਂ ਸੰਸਾਰ 'ਚ ਹੈਗੇ। ਜਿਹੜੇ ਆਸ ਲਾਹ ਪੈਂਦੇ ਨੇ ਉਹੀ ਆਤਮ ਹੱਤਿਆ ਕਰਦੇ ਨੇ। ਉਹਨਾਂ ਨੂੰ ਹੋਪ ਹੀ ਨਹੀਂ ਰਹਿੰਦੀ। ਜਿਸ ਗੱਲ ਲਈ ਉਹ ਜਿਉ ਰਹੇ ਸਨ, ਉਹਨਾਂ ਨੂੰ ਉਮੀਦ ਹੀ ਨਹੀਂ ਰਹਿੰਦੀ ਵੀ ਇਹ ਸਾਡਾ ਹੋਵੇਗਾ ਕਿ ਨਹੀਂ ਹੋਵੇਗਾ। ਉਹ ਹੌਸਲਾ ਛੱਡ ਪੈਂਦੇ ਨੇ, ਇਸ ਦਾ ਆਤਮ ਹੱਤਿਆ ਕਰ ਲਈ। ਆਸ ਲਾਈ ਰੱਖਣੀ ਚਾਹੀਦੀ ਵੀ ਸ਼ਾਇਦ ਕਦੇ ਸਮਾਂ ਬਦਲੇ, ਕਦੇ ਹਾਲਾਤ ਬਦਲਣ। ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਿਹਾ ਕਦੇ ਜ਼ਿੰਦਗੀ 'ਚ। ਹਰ ਇਨਸਾਨ ਦੀ ਜ਼ਿੰਦਗੀ ਹਾਲਾਤ ਬਦਲਦੇ ਰਹਿੰਦੇ, ਕਦੇ ਚੰਗੇ, ਕਦੇ ਮੰਦੇ, ਕਦੇ ਅਮੀਰੀ, ਕਦੇ ਗਰੀਬੀ, ਕਦੇ ਦੁੱਖ, ਕਦੇ ਸੁੱਖ, ਕਦੇ ਵਡਿਆਈ, ਕਦੇ ਨਿੰਦਿਆ, ਚੱਲੀ ਜਾਂਦੇ ਤਾਂ ਚੱਲੀ ਜਾਂਦੇ। ਇਸ ਲਈ ਆਪਣੇ ਵੱਲੋਂ ਲੱਗੇ ਹੀ ਰਹਿਣਾ ਬਸ। ਬਾਕੀ ਕੰਮ ਪਰਮਾਤਮਾ ਨੇ ਛੱਡ ਦੇਣਾ ਹੈ। ਉਹ ਸਾਡੀ ਝੋਲੀ ਕਦੋਂ ਭਰਦੇ ਉਹਦੀ ਮਰਜ਼ੀ ਹੈ। ਪਰ ਜਦੋਂ ਆਪਾਂ ਪੜ੍ਹਦੇ ਹਾਂ, ਸਭ ਤੋਂ ਵੱਡੀ ਤਸੱਲੀ ਹੈ, ਇੱਕ ਤਿਲ ਨਹੀਂ ਭੰਨੈ ਘੱਲ। ਜੇ ਤੁਸੀਂ ਇੱਕ ਵਾਰ ਵੀ ਮੂੰਹੋਂ ਵਾਹਿਗੁਰੂ ਕਹਿ ਗਏ ਨਾ, ਇਹਦਾ ਵੀ ਤੁਹਾਨੂੰ ਫਲ ਦੇਣਾ ਪਰਮਾਤਮਾ ਨੇ। ਇੱਕ ਤਿਲ ਮਾਤਰ ਵੀ ਤੁਹਾਡੀ ਕੀਤੀ ਭਜਨ ਬੰਦਗੀ ਨੂੰ ਵਿਅਰਥ ਨਹੀਂ ਜਾਣ ਦਿੰਦਾ। ਕਈ ਵਾਰ ਮੈਂ ਦੇਖਿਆ ਬੱਚਾ ਸਾਲ ਭਰ ਪੜ੍ਹਾਈ ਕਰਦਾ ਰਹਿੰਦਾ ਸੰਸਾਰਕ, ਪੇਪਰਾਂ 'ਚ ਆ ਕੇ ਬਿਮਾਰ ਹੋ ਜਾਂਦਾ ਅਤੇ ਫੇਲ ਹੋ ਜਾਂਦਾ। ਗਈ ਨਾ 11 ਮਹੀਨੇ ਦੀ ਪੜ੍ਹਾਈ ਐਵੇਂ ਹੀ ਗਈ। ਪਰ ਨਹੀਂ, ਧਰਮ ਕਹਿੰਦਾ ਤੁਸੀਂ ਜੇ ਪਰਮਾਤਮਾ ਦਾ ਨਾਮ ਇੱਕ ਵਾਰੀ ਕਹਿਣਾ, ਇੱਕ ਵਾਰ ਵੀ, ਉਹਦਾ ਵੀ ਫਲ ਮਿਲਣਾ। ਐਵੇਂ ਨਹੀਂ ਜਾਏਗਾ, ਐਵੇਂ ਨਹੀਂ ਜਾਏਗਾ, ਉਹਦਾ ਫਲ ਮਿਲਣਾ ਹੀ ਮਿਲਣਾ। ਇਹ ਆਸ ਰੱਖ ਕੇ ਲੱਗੇ ਰਹਿਣਾ ਵੀ ਜਦ ਬਾਣੀ ਕਹਿੰਦੇ ਫਲ ਮਿਲੇਗਾ, ਬਸ ਫਿਰ ਮਿਲੇਗਾ। ਗੁਰੂ ਮਹਾਰਾਜ ਕਹਿੰਦੇ, ਗੌੜੀ ਪੂਰਬੀ ਮਹਿਲਾ ਚੌਥੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ, ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ, ਕਹੋ ਕਿੱਥੇ ਹਰ ਪਹੁ ਨਸੀਏ। ਹੇ ਮੇਰੇ ਮਨਾ, ਪਰਮਾਤਮਾ ਦੇ ਸਦਾ ਨਾਲ ਹੈ।
ਦੱਸੋ ਉਹਦੇ ਕੋਲੋਂ ਨੱਸ ਕੇ ਕਿੱਥੇ ਜਾਓਗੇ? ਉਹਦੇ ਨਾਲ ਕਿੱਥੇ ਹਰ ਪੋਹ ਨਸੇ ਪੋਹ ਮੈਨੇ ਕੋਲੋਂ, ਹਰੀ ਕੋਲੋਂ ਨੱਸ ਕੇ ਕਦੇ ਕਿੱਥੇ ਜਾਓਗੇ? ਉਹਦੇ ਨਾਲ ਹੀ ਹੈ, ਜਿੱਥੇ ਜਾਓਗੇ ਉੱਥੇ ਹੀ ਹੈ, ਜਿੱਥੇ ਜਾਓਗੇ ਉਹ ਉੱਥੇ ਹੀ ਹੈ, ਇਸ ਕਿੱਥੇ ਚਲੇ ਜਾਓਗੇ? ਹਰ ਆਪੇ ਬਖਸ਼ ਲੈ ਪ੍ਰਭ ਸਾਚਾ, ਹਰ ਆਪ ਛਡਾਏ ਛੁਟੀਏ। ਪਰਮਾਤਮਾ ਆਪੇ ਹੀ ਬਖਸ਼ਣ ਵਾਲਾ ਹੈ ਅਤੇ ਆਪ ਹੀ ਸਾਡਾ ਜਿਹੜਾ ਹੈ ਆਵਾਗਮਨ ਤੋਂ, ਬੁਰਾਈਆਂ ਤੋਂ, ਜਿਹੜਾ ਹੈ ਮਾਇਆ ਮੋਹ ਤੋਂ ਬਚਾਉਣ ਵਾਲਾ ਹੈ। ਹਾਂਜੀ, ਹਾਂ, ਪੋ ਕੋਲੋਂ। ਮੇਰੇ ਮਨ ਜਪ ਹਰ 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 ਮਨ ਜਪੀਐ। ਹੇ ਮੇਰੇ ਮਨਾ, ਹਰੀ ਦਾ ਨਾਮ ਮਨ 'ਚ ਜਪੀ ਜਾਣਾ ਚਾਹੀਦਾ, ਜਪੀ ਜਾਣਾ ਚਾਹੀਦਾ, ਜਪੀ ਜਾਣਾ ਚਾਹੀਦਾ। ਸਤਿਗੁਰ ਕੀ ਸ਼ਰਨਾਈ ਭਜ ਪਉ ਮੇਰੇ ਮਨਾ। ਹੇ ਮੇਰੇ ਮਨਾ, ਤੂੰ ਦੌੜ ਕੇ ਗੁਰੂ ਦੀ ਸ਼ਰਨ 'ਚ ਆ ਜਾ। ਗੁਰ ਸਤਿਗੁਰ ਪਿੱਛੇ ਛੁੱਟੀਏ, ਗੁਰੂ ਦੇ ਮਗਰ ਲੱਗ ਕੇ ਹੀ ਤੇਰਾ ਛੁਟਕਾਰਾ ਹੋਣਾ। ਇਸ ਲਈ ਭੱਜ ਕੇ ਗੁਰੂ ਦੀ ਸ਼ਰਨ 'ਚ ਆ ਜਾ। ਰਹੋ ਮੇਰੇ ਮਨ ਸੇਵੋ ਸੋ ਪਰਬ ਸਰਬ ਸੁਖ ਦਾਤਾ। ਇਹਨੂੰ ਸਰਬ ਨਹੀਂ ਪੜ੍ਹਨਾ। ਇਹਨਾਂ ਕਵਿਤਾ ਦੇ ਵਿੱਚ ਕੁਝ ਨਿਯਮ ਨੇ ਜਿਸ ਦੇ ਲਗਾ ਮਾਤਰਾ ਪੂਰੀਆਂ ਕਰਨੀਆਂ ਪੈਂਦੀਆਂ ਨੇ। ਇਸ ਕਰਕੇ ਪੈਰ 'ਚ ਹਰਾਰਾ ਪਾਏ, ਕਿਤੇ ਆਨੰਦ ਲਿਖਣਾ ਪੈਂਦਾ, ਕਿਤੇ ਆਨੰਦ ਲਿਖਣਾ ਪੈਂਦਾ। ਇਸ ਦੇ ਲਿਖਿਆ ਤਾਂ ਸਰਬ ਹੈ, ਪਰ ਸਰਬ ਕੋਈ ਸ਼ਬਦ ਨਹੀਂ ਹੈ। ਹਿੰਦੀ ਦਾ ਸ਼ਬਦ ਹੈ ਸਰਬ। ਸਰਬ, ਸੱਸਾ ਵਾਵਾ ਉੱਪਰ ਰਾਰਾ, ਸਰਬ। ਉਸ ਤੋਂ ਪੰਜਾਬੀ 'ਚ ਬਣਾਇਆ ਸਰਬ, ਸੱਸਾ ਰਾਰਾ ਬੱਬਾ, ਉਹ ਤੋਂ ਪੰਜਾਬੀ ਨਾਲ ਸਰਬ। ਹਿੰਦੀ ਸ਼ਬਦ ਹੈ ਸਰਬ, ਸਾਰੇ ਸਾਰਾ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ। ਹੇ ਮੇਰੇ ਮਨਾ, ਉਹ ਪਰਮਾਤਮਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ, ਉਹਦਾ ਸਿਮਰਨ ਕਰੋ। ਉਹ ਸੁੱਖਾਂ ਦਾ ਦਾਤਾ ਹੈ, ਤੁਸੀਂ ਸਿਮਰਨ ਕਰੋਗੇ ਤੁਹਾਨੂੰ ਸੁੱਖ ਮਿਲਣਗੇ। ਪਰਮਾਤਮਾ ਕੋਲੇ ਸਭ ਕੁਛ ਹੈ। ਤੁਸੀਂ ਕੀ ਚਾਹੁੰਦੇ ਹੋ ਜਿਸ ਕਰਕੇ ਤੁਸੀਂ ਭਜਨ ਬੰਦਗੀ ਕਰਦੇ ਹੋ? ਪਰਮਾਤਮਾ ਨੂੰ ਹਰ ਇੱਕ ਚੀਜ਼ ਹੈ ਜੋ ਤੁਸੀਂ ਮੰਗ ਰਹੇ ਹੋ। ਪਰਮਾਤਮਾ ਕੋਲੇ ਹਰ ਇੱਕ ਚੀਜ਼ ਹੈ ਸੰਸਾਰ ਦੀ, ਜੋ ਵੀ ਤੁਸੀਂ ਮੰਗ ਰਹੇ ਹੋ, ਜੋ ਤੁਸੀਂ ਇੱਛਾ ਰੱਖ ਕੇ ਭਜਨ ਬੰਦਗੀ ਕਰੋਗੇ, ਸਮਾਂ ਪਾ ਕੇ ਤੁਹਾਡੀ ਇੱਛਾ ਪਰਮਾਤਮਾ ਪੂਰੀ ਕਰੇਗਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਉਹਦੇ ਵਾਸਤੇ ਸਭ ਕੁਛ ਹੈ, ਉਹ ਇੱਛਾ ਪੂਰੀ ਕਰਨ ਵਾਲਾ ਹੈ। ਸੋ ਉਹਦਾ ਨਾਮ ਜਪਦੇ ਜਾਣਾ ਚਾਹੀਦਾ, ਕਾਲੇ ਨਹੀਂ ਪੈਣਾ ਚਾਹੀਦਾ। ਕਾਲੀ ਅੱਗੇ ਟੋਏ ਹੁੰਦੇ ਨੇ, ਆਮ ਕਹਾਵਤ ਹੈ ਨਾ, ਹੇਸਟ ਮੇਕਸ ਵੇਸਟ। ਆਪ ਜੀ ਪੜ੍ਹੇ ਇੰਗਲਿਸ਼ 'ਚ। ਕਾਲੀ ਅੱਗੇ ਟੋਏ। ਬੰਦਾ ਜਦੋਂ ਕਾਲੀ ਕਰਦਾ ਹਮੇਸ਼ਾ ਗਲਤੀ ਕਰਦਾ। ਕਾਲੀ ਨਹੀਂ ਕਰਨੀ, ਸਹਿਜ ਸੁਭਾਅ ਕਰੀ ਜਾਣਾ। ਜਿਵੇਂ ਮਜ਼ਦੂਰ ਨੇ ਸਹਿਜ ਸੁਭਾਅ ਕੰਮ ਕਰਦੇ ਰਹਿੰਦੇ। ਉਹ ਭੱਜ ਕੇ ਕੰਮ ਨਹੀਂ ਕਰਦੇ, ਕਿ ਉਹਨਾਂ ਨੂੰ ਪਤਾ ਹੈ ਅਸੀਂ ਤਾਂ ਰੋਜ਼ ਕਰਨਾ ਹੈ, ਅਤੇ ਰੋਜ਼ 8 ਘੰਟੇ ਕਰਨਾ। ਉਹਨਾਂ ਦੀ ਇੱਕ ਸਪੀਡ ਹੁੰਦੀ, ਬਸ ਉਸ ਸਪੀਡ ਨਾਲ ਲੱਗੇ ਰਹਿੰਦੇ ਨੇ। ਇਸ ਲਈ ਸਹਿਜ ਸੁਭਾਅ ਲੱਗੇ ਰਹੋ, ਬਸ ਸਹਿਜ ਸੁਭਾਅ ਲੱਗੇ ਰਹੋ। ਸੋ ਜ਼ਿੰਦਗੀ ਸਹਿਜ ਸੁਭਾਅ 'ਚ ਹੋਣੀ ਚਾਹੀਦੀ ਹੈ। ਕਾਲੇਪਣ ਨਾਲ ਨਹੀਂ ਕੁਛ ਵੀ ਕਰਨਾ ਚਾਹੀਦਾ, ਸਹਿਜ ਸੁਭਾਅ ਲੱਗੇ ਰਹੋ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖ ਦਾਤਾ। ਹੇ ਮੇਰੇ ਮਨਾ, ਉਹ ਪਰਮਾਤਮਾ ਜੋ ਸਾਰੇ ਸੁੱਖਾਂ ਦਾ ਦਾਤਾ ਹੈ, ਜੋ ਸਾਰੇ ਸੁੱਖ ਦੇਣ ਵਾਲਾ ਹੈ, ਉਸ ਪਰਮਾਤਮਾ ਦਾ ਸਿਮਰਨ ਕਰੋ। ਜਿਤ ਸੇਵਿਆ ਨਿਜ ਘਰ ਵਸੀ। ਨਿਜ ਘਰ ਦਾ ਆਪਣਾ ਘਰ, ਪਰਮਾਤਮਾ ਦਾ ਘਰ। ਉਹਦਾ ਸਿਮਰਨ ਕਰਕੇ ਅਸੀਂ ਪਰਮਾਤਮਾ ਦੇ ਘਰ 'ਚ ਜਾ ਕੇ ਵਸਾਂਗੇ। ਅਸਲ ਸਾਡਾ ਘਰ ਉਹ ਹੈ, ਅਸਲ ਸਾਡਾ ਘਰ ਉਹ ਹੈ।
ਕਿਉਂਕਿ ਉੱਥੋਂ ਹੀ ਅਸੀਂ ਅੱਡ ਹੋਏ ਹੋਏ ਹਾਂ। ਜਦੋਂ ਪਹਿਲੀ ਵਾਰ ਸਾਡੀ ਆਤਮਾ ਨੂੰ ਇੱਕ ਸਰੀਰ ਦਿੱਤਾ ਗਿਆ, ਇਹ ਜੀਵ ਆਤਮਾ ਹੋ ਗਈ। ਹੈ ਤਾਂ ਅਸੀਂ ਆਤਮਾ ਹੀ, ਸਿਰਫ ਇੰਨਾ ਕਿ ਉਹ ਪਰਮਾਤਮਾ ਹੈ, ਅਸੀਂ ਆਤਮਾ ਹਾਂ। ਜਿਵੇਂ ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ, ਸਿਰਫ ਇੰਨਾ ਕਿ ਉਹ ਬਹੁਤ ਵੱਡਾ ਹੈ, ਉਹ ਬਸ ਬਹੁਤ ਵੱਡਾ ਹੈ, ਕਿਉਂਕਿ ਸਾਰੀ ਆਤਮਾ ਉਹਦੇ ਵਿੱਚ ਨੇ, ਇਸ ਲਈ ਪਰਮਾਤਮਾ ਹੈ, ਪਰਮ ਆਤਮਾ ਹੈ। ਅਸੀਂ ਸਭ ਜਦੋਂ ਪਹਿਲੀ ਵਾਰ ਕਿਸੇ ਜੂਨੀ 'ਚ ਆਏ, ਅਸੀਂ ਉਸੇ ਦਾ ਅੰਸ਼ ਹਾਂ, ਉਸ ਦਾ ਇੱਕ ਹਿੱਸਾ ਜਿਵੇਂ ਉਸ ਤੋਂ ਅੱਡ ਹੋ ਜਾਏ ਅਤੇ ਅਸੀਂ ਸਰੀਰ ਧਾਰਨ ਕਰ ਲਿਆ। ਸਾਨੂੰ ਕਹਿੰਦੇ ਜੀਵ ਆਤਮਾ, ਇਹ ਜੀਵ ਆਤਮਾ ਹੈ ਅਤੇ ਅਸੀਂ ਉਸੇ ਦਾ ਹੀ ਰੂਪ। ਫਿਰ ਅਸੀਂ ਕੀ, ਜਦੋਂ ਅਸੀਂ ਜੀਵ ਆਤਮਾ ਬਣ ਗਏ, ਪਹਿਲਾਂ ਸਾਡਾ ਜੀਵਨ ਬੜਾ ਵਧੀਆ ਸੀ, ਕਿਉਂ? ਅਸੀਂ ਪਿੱਛੇ ਕੋਈ ਮਾੜਾ ਕੰਮ ਹੀ ਨਹੀਂ ਸੀ ਕੀਤਾ। ਜਦੋਂ ਪਹਿਲਾ ਜੀਵਨ ਸਾਨੂੰ ਮਿਲਿਆ, ਇੱਥੇ ਆ ਕੇ ਅਸੀਂ ਪੁੱਠੇ ਸਿੱਧੇ ਕੰਮ ਸ਼ੁਰੂ ਕਰਤੇ। ਬਸ ਫਿਰ ਉਹ ਕਰਮਾਂ ਦਾ ਚੱਕਰ ਸ਼ੁਰੂ ਹੋ ਗਿਆ, ਆਈ ਜਾ ਜਾਈ ਜਾ, ਆਈ ਜਾ ਜਾਈ ਜਾ ਸੱਜਣਾ। ਜਦੋਂ ਇਹ ਕਰਮਾਂ ਦਾ ਚੱਕਰ ਖਤਮ ਹੋ ਗਿਆ, ਫਿਰ ਅਸੀਂ ਵਾਪਸ ਆਪਣੇ ਘਰ ਜਿੱਥੋਂ ਆਏ ਸੀ ਉੱਥੇ ਪਹੁੰਚ ਜਾਵਾਂਗੇ। ਉਹਨੂੰ ਕਿਹਾ ਨਿਜ ਘਰ, ਪਰਮਾਤਮਾ ਦੇ ਘਰ ਨੂੰ ਨਿਜ ਕਰਕੇ ਉੱਥੇ ਅਸੀਂ ਜਾਣਾ। ਜਿਵੇਂ ਲੜਕੀ ਨੂੰ ਮਾਂ ਪਿਓ ਯਾਦ ਕਰਾਉਂਦੇ ਨੇ, ਬੇਟਾ ਇਹ ਤੇਰਾ ਅਸਲੀ ਘਰ ਨਹੀਂ, ਸਾਰਾ ਘਰ ਪਤੀ ਦਾ ਘਰ ਹੀ ਅਸਲ ਤੇਰਾ ਘਰ ਹੈ। ਇੱਥੇ ਦਾ ਤੂੰ ਕੁਝ ਸਾਲ ਰਹਿਣੇ, ਆ ਪੇਕਾ ਘਰ ਤਾਂ ਇੱਥੇ ਤੂੰ ਕੁਝ ਸਾਲ ਰਹਿਣਾ, ਅਸਲ ਘਰ ਤੇ ਤੇਰਾ ਉਹ ਹੈ। ਇਹ ਤਾਂ ਅਸੀਂ ਕੁਝ ਜਨਮ ਇੱਥੇ ਧੱਕੇ ਧੁੱਕੇ ਖਾਣੇ, ਅਸਲ ਸਾਡਾ ਘਰ ਉਹ ਪ੍ਰਭੂ ਪਤੀ ਦਾ ਘਰ ਹੈ, ਉਹ ਅਸਲ ਉੱਥੇ ਹੀ ਜਾਣਾ ਹੈ ਅਸੀਂ। ਤਾਂ ਕਹਿੰਦੇ ਫਿਰ ਕਹਿੰਦੇ ਕੀ ਹੋਏਗਾ, ਨਿਜ ਘਰ ਵਸੀਏ, ਤੂੰ ਆਪਣੇ ਘਰ 'ਚ ਵਸੇਗਾ, ਆ ਪਰਮਾਤਮਾ ਦੇ ਘਰ 'ਚ ਵਸੇਗਾ। ਗੁਰਮੁਖ ਜਾਏ ਲਹੋ ਕਰ ਆਪਣਾ, ਕਸ ਚੰਦਨ ਹਰ ਜਸ ਘਸੀਏ। ਜਿਵੇਂ ਚੰਦਨ ਘਸਾਉਂਦੇ ਉਹ ਫਿਰ ਖੁਸ਼ਬੂ ਆਉਂਦੀ ਹੈ ਨਾ, ਚੰਦਨ ਜੋ ਘਸਾਉਂਦੇ ਆ ਫਿਰ ਉਹ 'ਚ ਖੁਸ਼ਬੂ ਆਉਂਦੀ ਹੈ। ਇਸ ਜਦੋਂ ਹਰੀ ਜਸ ਆਪਣਾ ਅਸੀਂ ਮਨ ਇਸ ਹਰੀ ਜਸ ਨਾਲ ਘਸਾਵਾਂਗੇ ਨਾ, ਵਾਰੀ ਵਾਰੀ ਕਰਾਂਗੇ, ਬਸ ਗੱਲ ਬਣ ਜਾਏਗੀ। ਇਹ 'ਚ ਜਿਵੇਂ ਚੰਦਨ 'ਚ ਖੁਸ਼ਬੂ ਆਉਂਦੀ ਹੈ, ਇਸ ਦੇ ਵਿੱਚ ਇੱਕ ਰਸ ਆਉਣ ਲੱਗ ਜਾਏ। ਇਸ ਲਈ ਕਹਿੰਦੇ, ਇਸ ਲਈ ਗੁਰੂ ਦੇ ਕੋਲ ਜਾ ਕੇ ਆਪਣੇ ਅਸਲੀ ਘਰ ਨੂੰ ਪ੍ਰਾਪਤ ਕਰ ਲਓ। ਮੇਰੇ ਮਨ ਹਰ 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 ਜਸ ਊਤਮ, ਲੈ ਲਾਹਾ ਹਰ ਮਨ ਹੱਸੀਏ। ਹੱਸੀਏ ਮਨ ਖੁਸ਼ ਹੋਣਾ। ਮੇਰੇ ਮਨ ਤੂੰ ਹਰੀ 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 ਦਾ ਜਸ ਕਰ, ਇਹ ਉੱਤਮ ਹੈ, ਇਹ ਵਡਿਆਈ ਸਭ ਤੋਂ ਉੱਤਮ ਹੈ। ਵਡਿਆਈ ਤਾਂ ਸਾਰੀ ਚੰਗੀ ਹੁੰਦੀ ਹੈ, ਨਿੰਦਿਆ ਨੂੰ ਮਾੜਾ ਕਿਹਾ ਗਿਆ ਹੈ, ਵਡਿਆਈ ਨੂੰ ਤਾਂ ਮਾੜਾ ਨਹੀਂ ਕਿਹਾ ਗੁਰਬਾਣੀ। ਵਡਿਆਈ ਤਾਂ ਕਿਸੇ ਦੀ ਤੁਸੀਂ ਕਰੋ ਉਹਨੂੰ ਹੀ ਚੰਗੀ ਲੱਗਦੀ ਹੈ। ਅਸੀਂ ਦੂਸਰੇ ਦਾ ਜਿੱਤ ਪਿਆਰ ਅਤੇ ਵਡਿਆਈ ਨਾਲ ਹੀ ਜਿੱਤ ਸਕਦੇ ਹਾਂ ਦੂਜੇ ਦਾ ਦਿਲ। ਡੰਡੇ ਦੇ ਜ਼ੋਰ ਨਾਲ ਅਸੀਂ ਦੂਜੇ ਤੋਂ ਆਪਣੀ ਗੱਲ ਮਨਵਾ ਸਕਦੇ ਹਾਂ, ਡੰਡੇ ਦੇ ਜ਼ੋਰ ਨਾਲ ਅਸੀਂ ਉਹਨੂੰ ਗੁਲਾਮ ਬਣਾ ਸਕਦੇ ਹਾਂ, ਪਰ ਉਹਦਾ ਮਨ ਨਹੀਂ ਜਿੱਤ ਸਕਦੇ। ਇਹ ਪਿਆਰ ਅਤੇ ਵਡਿਆਈ ਸਾਧਨ ਹੈ ਜਿਹਦੇ ਨਾਲ ਅਸੀਂ ਦੂਜੇ ਦਾ ਮਨ ਜਿੱਤ ਸਕਦੇ ਹਾਂ। ਪਰ ਮਨ ਜਿੱਤ ਗਿਆ ਸਾਡਾ ਹੋ ਗਿਆ, ਔਰ ਅਸੀਂ ਕੀ ਹੈ, ਸਾਡਾ ਹੋ ਗਿਆ, ਫਿਰ ਸਾਡਾ ਹੀ ਬਣ ਕੇ ਰਹੇਗਾ, ਫਿਰ ਡਰ ਨਹੀਂ ਹੈਗਾ ਉੱਥੇ, ਫਿਰ ਅਸੀਂ ਤਾਂ ਮਨ ਹੀ ਜਿੱਤ ਲਿਆ। ਇਸ ਲਈ ਪਰਮਾਤਮਾ ਦੀ ਵਡਿਆਈ ਕਰੀ ਜਾਓ, ਕਰੀ ਜਾਓ, ਕਰੀ ਜਾਓ। ਵਾਹਿਗੁਰੂ 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 ਵਾਹਿਗੁਰੂ, ਵਡਿਆਈ ਹੋਈ ਹੈ, ਵਡਿਆਈ ਪਰਮਾਤਮਾ। ਪਰ ਦਿਲ 'ਚ ਪਿਆਰ ਵੀ ਹੋਣਾ ਚਾਹੀਦਾ ਜਿਹਦੀ ਵਡਿਆਈ ਕਰਦੇ। ਕਈ ਵਾਰੀ ਅਫਸਰ ਦੀ ਆਪਾਂ ਵਡਿਆਈ ਕਰਦੇ, ਕਈ ਵਾਰੀ ਅਫਸਰ ਨਾਲ ਪਿਆਰ ਨਹੀਂ ਹੁੰਦਾ, ਅਸੀਂ ਆਪਣਾ ਕੰਮ ਕਰਾਉਣ ਲਈ ਨਾ ਜਿਹਨੂੰ ਚਮਚਾਗਿਰੀ ਕਹਿੰਦੇ ਉਹ ਕਰਦੇ, ਉਹ ਝੂਠੀ ਵਡਿਆਈ ਹੈ। ਹਾਲਾਂਕਿ ਅਫਸਰ ਨੂੰ ਪਤਾ ਲੱਗ ਜੇ, ਅਫਸਰ ਸਿਆਣ ਨੂੰ ਪਤਾ ਲੱਗਦਾ ਮੈਂ ਝੂਠੀ ਵਡਿਆਈ ਕਰਦਾ, ਮੈਂ ਦੇਖਿਆ ਫਿਰ ਵੀ ਚੰਗੀ ਲੱਗਦੀ। ਭਾਵੇਂ ਪਤਾ ਵੀ ਲੱਗ ਜਾਏ ਮੇਰੀ ਝੂਠੀ ਵਡਿਆਈ ਕਰਦਾ,
ਜਦੋਂ ਕੋਈ ਆ ਕੇ ਮੇਰੀ ਜ਼ਿਆਦਾ ਵਡਿਆਈ ਕਰਦਾ, ਮੈਨੂੰ ਪਤਾ ਲੱਗਦਾ ਇਹ ਤਾਂ ਮੇਰੇ 'ਚ ਗੁਣ ਹੀ ਨਹੀਂ ਜਿਹੜੇ ਕਹਿ ਰਿਹਾ। ਮੈਂ ਸਭ ਦਾ ਜਾਣਾ, ਸਭ ਦਾ ਬੇ ਇਹਨੂੰ ਹੁਣ ਮੇਰੇ ਤੱਕ ਕੋਈ ਕੰਮ ਹੈ, ਇਹਨੂੰ ਸਵਾਰਥ ਹੈ ਕੋਈ, ਤਾਂ ਇਹ ਲੋੜ ਤੋਂ ਵੱਧ ਵਡਿਆਈ ਕਰ ਰਿਹਾ ਮੇਰੀ। ਤੇ ਉਹੀ ਗੱਲ ਦੀ ਮਗਰੋਂ ਜੀ, ਹਾਂਜੀ ਹਾਂ ਉਹ ਜੀ ਕੁਛ ਉਧਾਰ ਚਾਹੀਦਾ ਬਾਬਾ ਜੀ, ਕਿਰਪਾ ਕਰੋ ਜੀ, ਹੱਥ ਤੰਗ ਹੈ ਜੀ, ਫਲਾਣਾ ਕਰੋ। ਹਾਂ ਮੈਂ ਇਸ ਲਈ ਵਡਿਆਈ ਕਰ ਰਿਹਾ ਸੀ। ਇਸ ਲਈ ਜੇ ਤੁਹਾਡੀ ਕੋਈ ਬਹੁਤੀ ਵਡਿਆਈ ਕਰਨ, ਉਸ ਤੋਂ ਵੀ ਸਾਵਧਾਨ ਹੋ ਜਾਣਾ। ਹਾਂ ਕਿਤੇ ਫੁੱਲ ਕੇ ਉਹਦੇ ਗੱਲਾਂ 'ਚ ਨਹੀਂ ਆ ਜਾਣਾ ਹੈ। ਇੱਕ ਤਾਂ ਉਧਾਰ ਨਹੀਂ ਕਿਸੇ ਨੂੰ ਦਈਦਾ ਹੁੰਦਾ। ਖਿਆਲ ਰੱਖੋ, ਤੁਸੀਂ ਇਹਨੂੰ ਉਧਾਰ ਦਿਓਗੇ ਤੁਹਾਡੀ ਦੋਸਤ ਦੀ ਰਿਸ਼ਤੇਦਾਰੀ ਗਈ। ਲੋਕ ਕਿਉਂਕਿ ਲੋਕ ਬਹੁਤ ਜ਼ਿਆਦਾ ਵਿਚਾਰੇ ਇਮਾਨਦਾਰ ਨੇ, ਤੁਹਾਡੇ ਪੈਸੇ ਮੋੜ ਦੇਣਗੇ। ਉਹ ਗਏ ਜ਼ਮਾਨੇ, ਉਹ ਗਏ। ਉਹ ਤੋਂ ਬਾਅਦ ਤੂੰ ਕੌਣ ਮੈਂ ਕੌਣ। ਉਧਾਰ ਨਹੀਂ ਦੇਣਾ, ਦਾਨ ਕਰ ਦੇਣਾ ਬਸ। ਕੋਈ ਰਿਸ਼ਤੇਦਾਰ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਐਂ ਸਮਝੋ ਮੈਂ ਤੈਨੂੰ ਦਾਨ ਕਰਤਾ, ਦੇ ਗਿਆ ਨਹੀਂ ਨਾ ਸੀ, ਫਿਰ ਤਾਂ ਤੁਸੀਂ ਰਹੋਗੇ ਸੁਖੀ। ਅਤੇ ਨਹੀਂ ਤਾਂ ਉਹਨੇ ਅੱਜ ਕੱਲ੍ਹ ਕਰਦੇ ਤੁਹਾਨੂੰ ਟਾਲੀ ਜਾਣਾ, ਅਖੀਰ 'ਤੇ ਤੁਸੀਂ ਤੰਗ ਆ ਕੇ ਮੰਗਣੋਂ ਹੀ ਹਟ ਜਾਂਦੇ ਵੀ ਇਹ ਨਹੀਂ ਦਿੰਦਾ। ਉਹ ਬੜੇ ਚਲਾਕ ਹੋਏ, ਇਹ ਨਹੀਂ ਕਿ ਮੈਂ ਨਹੀਂ ਦਿੰਦਾ ਨਾ ਬਾਬਾ ਜੀ, ਕੱਲ੍ਹ ਬਸ 10-15 ਦਿਨ ਠਹਿਰ ਜਾਓ ਜੀ। ਐਂ ਕਰ ਕੇ ਟਾਲੀ ਜਾਂਦੇ ਨੇ। ਜਿਵੇਂ ਕਈ ਤੁਹਾਨੂੰ ਚੈੱਕ ਕੱਟ ਕੇ ਦੇ ਡੇਟ ਪਾ ਦਿੰਦੇ ਨੇ, ਤੁਹਾਡੇ ਤੋਂ ਕੋਈ ਚੀਜ਼ ਉਧਾਰ ਲੈ ਤੁਹਾਨੂੰ ਚੈੱਕ ਕੱਟ ਕੇ ਦੇਤਾ ਵੀ ਫਲਾਣੀ ਤਰੀਕ ਤੱਕ ਮੈਂ ਤੁਹਾਡੇ ਪੈਸੇ ਵਾਪਸ ਕਰ ਦਾਂਗਾ, ਨਹੀਂ ਤਾਂ ਤੁਸੀਂ ਬੈਂਕ ਚਲਾ ਲਿਓ। ਤੇ ਪਹਿਲਾਂ ਕਿ ਉਹ ਜੋ ਬੈਂਕ ਦਾ ਟਾਈਮ ਨੇ ਤੁਸੀਂ ਉਹਨੇ ਕਿ ਭਾਈ ਮੇਰੇ ਪੈਸੇ ਮੋੜ, ਬਸ ਅੱਜ ਕਰਦਾ ਕੱਲ੍ਹ ਕਰਦਾ, ਬਸ ਕਰਦਾ ਜੀ ਬਸ ਕਰਦਾ ਪਾ ਹੋ ਚੱਲਿਆ, ਪਰ ਉਹ ਡੇਟ ਲੰਘਾ ਦੂ, ਚਲ ਹੁਣ ਫਿਰੀ ਜਾਓ। ਉਹ ਚੈੱਕ ਲਾਉਣ ਦੀ ਜਿਹੜੀ ਡੇਟ ਜਿੰਨੇ ਮਹੀਨੇ ਮਿਲੇ ਹੁੰਦੇ ਉਹਨੇ ਉਹ ਲੰਘਾ ਹੀ ਦੇਣੇ, ਫਿਰ ਕੁਛ ਵੀ ਨਹੀਂ ਬਣਦਾ। ਜੋ ਜੀ ਲਈ ਫਿਰ ਉਹ ਚੈੱਕ ਖਾਲੀ ਲਈ ਫਿਰ। ਇਹੋ ਜਿਹੇ ਲੋਕ ਨਹੀਂ, ਇਹ ਨਹੀਂ ਅਸੀਂ ਨਿਰਾ ਵੈਗਰੂ ਕਰਨਾ। ਇਹ ਲੋਕਾਂ ਥੋੜ੍ਹਾ ਸਾਵਧਾਨ ਵੀ ਰਹਿਣਾ ਹੈਗਾ। ਬਹੁਤ ਚਲਾਕ ਦੁਨੀਆ ਬੇਈਮਾਨ ਹੋ ਗਈ ਹੈ। ਬਹੁਤਾ ਤਰਸ ਤੁਸ ਕਰਨ ਦੀ ਕਿਸੇ ਦੀ ਲੋੜ ਨਹੀਂ ਹੈਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ ਹਰ 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 ਜਸ ਊਤਮ, ਹਰੀ ਦਾ ਜਸ ਉੱਤਮ ਹੈ। ਲੈ ਲਾਹਾ ਹਰ ਮਨ ਹਸੀਏ, ਇਹ ਨਾਮ ਦਾ ਲਾਹਾ ਖੱਟ ਕੇ ਹੈ ਮਨ 'ਚ ਖੁਸ਼ ਹੋਵੋ। ਜਦ ਤੱਕ ਕੋਈ ਨਾਮ ਦਾ ਲਾਹਾ ਹੋਏਗਾ ਤੁਸੀਂ ਮਨ 'ਚ ਖੁਸ਼ ਹੋਵੋਗੇ, ਤੁਹਾਡਾ ਮਨ ਖੁਸ਼ ਰਹੇਗਾ। ਵੈਸੇ ਕੋਈ ਵੀ ਮਾਇਆ ਹੋਵੇ, ਚਾਹੇ ਧਨ ਕੋਈ ਵੀ ਹੋਵੇ, ਬੰਦੇ ਨੂੰ ਚੜ੍ਹਦੀ ਕਲਾ 'ਚ ਰੱਖਦਾ। ਗਰੀਬੀ ਤਾਂ ਆਪਣੇ ਆਪ 'ਚ ਨਰਕ ਹੈ। ਅਗਲਾ ਨਰਕ ਕਿਹਨੇ ਵੇਖਿਆ? ਆ ਗਰੀਬ ਬਣ ਵੇਖ ਲਓ, ਜਿਹੜੇ ਗੰਦੀਆਂ ਬਸਤੀਆਂ 'ਚ ਰਹਿੰਦੇ ਨੇ, ਤੁਹਾਨੂੰ ਇੱਥੇ ਹੀ ਪਤਾ ਲੱਗ ਜਾਊਗਾ ਐਦੋਂ ਵੱਡਾ ਵੀ ਕੋਈ ਨਰਕ ਹੋ ਸਕਦਾ ਹੈ। ਨਰਕ ਹੋ ਗਿਆ, ਕਾਲੇ ਕਲੂਟੇ ਵਿਚਾਰੇ, ਵਾਲ ਖਿੰਡੇ ਹੋਏ, ਕਿਤੇ ਇੱਕ ਕੱਪੜਾ ਪਾਇਆ ਕਿਤੇ ਨਹੀਂ ਪਾਇਆ, ਪਤਾ ਨਹੀਂ ਕਿੰਨੇ ਦਿਨਾਂ ਦੇ ਨਹਾਤੇ ਹੁੰਦੇ ਨੇ, ਜਿਹੜੇ ਨਹਾਤੇ ਹੁੰਦੇ ਨੇ। ਉਹ ਕੂੜਾ, ਜੇ ਤੁਹਾਡੇ ਬੂਹੇ ਅੱਗੇ ਕੂੜਾ ਵਾਲੇ ਟਰੱਕ ਖੜ੍ਹ ਜਾਣਾ ਕੇ, ਤੁਸੀਂ ਕਰੀ ਯਾਰ ਛੇਤੀ ਲੈ ਜਾ ਬਦਬੂ ਆਉਂਦੀ ਹੈ। ਉਸੇ ਕੂੜੇ ਦੇ ਵਿੱਚ ਇੱਕ ਜਵਾਕ ਵੀ ਖੜ੍ਹਾ ਹੁੰਦਾ ਟਰੱਕ 'ਚ, ਉਹ ਤੁਹਾਡੇ ਕੂੜੇ ਨੂੰ ਫਰੋਲੀ ਜਾਂਦਾ, ਉਹ 'ਚ ਚੀਜ਼ਾਂ ਕੱਢੀ ਜਾਂਦਾ। ਉਹ ਵੀ ਦੇਖੇ ਕਦੇ? ਇੱਕ ਚਲਾ ਰਿਹਾ ਹੁੰਦਾ, ਇੱਕ ਵਿੱਚ ਖੜ੍ਹਾ ਹੁੰਦਾ। ਉਹ ਅੱਡ ਕਰਦਾ, ਕੋਈ ਲਿਫਾਫਾ ਹੋ ਗਿਆ, ਕੁਛ ਹੋਰ ਚੀਜ਼, ਕੋਈ ਹੋਰ, ਫਿਰ ਉਹਨਾਂ ਨੂੰ ਵੇਚ ਦੇਣਾ। ਸੋ ਇਸ ਲਈ ਕਈ ਵਾਰੀ ਮੈਂ ਸਵੇਰੇ ਵੇਖਦਾ ਬੋਰੀਆਂ ਜੀ ਜਨਾਨੀਆਂ ਚੱਕੀਆਂ ਹੁੰਦੀਆਂ ਨੇ, ਰੂੜੀਆਂ ਤੋਂ ਚੀਜ਼ਾਂ ਇਕੱਠੀਆਂ ਕਰ ਦਿੰਦੇ ਸਵੇਰੇ। ਅਜੇ ਸੂਰਜ ਵੀ ਨਹੀਂ ਨਿਕਲਿਆ ਹੁੰਦਾ। ਮੈਂ ਦੇਖੋ ਇਹ ਵੀ ਜੀਵਨ ਹੈ। ਉਹਨਾਂ ਨੂੰ ਬਹੁਤਾ ਇਸ ਲਈ ਨਹੀਂ ਮਹਿਸੂਸ ਹੁੰਦਾ ਕਿ ਉਸੇ ਜੀਵਨ 'ਚ ਹੀ ਪੈਦਾ ਹੋਏ ਨੇ। ਸਮੱਸਿਆ ਹੈ ਉਹ ਉਸ ਜੀਵਨ 'ਚ ਹੀ ਪੈਦਾ ਹੋਏ ਨੇ, ਇਸ ਲਈ ਉਹ ਮਾਨਸਿਕ ਤੌਰ 'ਤੇ ਸੰਤੁਸ਼ਟ ਰਹੇ ਉੱਥੇ। ਬਸ ਉਹ ਤੁਹਾਡੇ ਕੂੜੇ 'ਚ ਖੜ੍ਹਾ ਹੋਇਆ ਬੱਚਾ ਤਾਂ ਵੀ ਖੁਸ਼ ਹੈ, ਆਨੰਦ 'ਚ। ਤੁਹਾਨੂੰ ਬਦਬੂ ਆ ਰਹੇ, ਉਸ ਹੀ ਆਨੰਦ 'ਚ। ਕਿਉਂਕਿ ਜੇ ਕਚਿਆਣ ਆਵੇ ਆਪਣੇ ਆਪ ਨੂੰ, ਆਪਣੇ ਜੀਵਨ ਤੋਂ, ਜੋ ਅਸੀਂ ਜਿਉਂ ਰਹੇ ਹਾਂ,
ਜਦੋਂ ਸਾਨੂੰ ਇਸ ਜੀਵਨ ਤੋਂ ਕਚਿਆਣ ਆਵੇਗੀ ਤਾਂ ਹੀ ਕੋਈ ਅਸੀਂ ਸੁਧਾਰ ਕਰਾਂਗੇ ਆਪਣੇ ਆਪ 'ਚ। ਜਦੋਂ ਸਾਨੂੰ ਆਪਣੇ ਜੀਵਨ ਤੋਂ ਕਚਿਆਣ ਹੀ ਨਹੀਂ ਆ ਰਹੀ, ਬਾਲ ਖਿੰਡੜੇ ਕੋਈ ਮਾੜਾ ਨਹੀਂ ਲੱਗਦਾ, ਕੁਛ ਨਾ ਲੱਗਦਾ, ਅੱਧ ਨੰਗੇ ਫਿਰੀ ਜਾਂਦੇ, ਨਹਾਤੇ ਬਿਨਾਂ ਨਹਾਤੇ ਫੇਰੀ ਪੁਰੀ ਜਾਂਦੇ, ਉਹਨਾਂ ਨੂੰ ਆਪਣੇ ਜੀਵਨ ਤੋਂ ਕਚਿਆਣ ਹੀ ਨਹੀਂ ਆਉਂਦੀ। ਇਸ ਕਰਕੇ ਉਹ ਸੁਧਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਕਿ ਉਹ ਉਸੇ ਜੀਵਨ 'ਚ ਉਹ ਰੁਹੀ ਜਾਂਦੇ ਨੇ। ਹੋਰਾਂ ਦੀ ਕੋਈ ਸੰਗਤ ਮਿਲੇ ਉਹਨਾਂ ਨੂੰ, ਕੋਈ ਉਹਨਾਂ ਨੂੰ ਚੱਜ ਚਾਰ ਦੱਸੇ ਕਿ ਭਾਈ ਤੁਸੀਂ ਆਹ ਕੰਮ ਕਰ ਲਓ, ਕੋਈ ਕਰਨ ਨੂੰ ਧੱਕੇ ਥੋੜ੍ਹੇ ਜਿਹੇ ਖਾਈ ਜਾਂਦੇ, ਕਿਉਂਕਿ ਉਸੇ ਵਾਤਾਵਰਨ 'ਚ ਰਹੀ ਜਾਂਦੇ ਨੇ। ਉਹ ਆਪਣੇ ਆਪ 'ਚੋਂ ਜੋ ਸੰਤੁਸ਼ਟ ਨੇ, ਉਹ ਜਦੋਂ ਉਹਨਾਂ ਨੂੰ ਆਪਣੇ ਕੰਮ ਤੋਂ ਗਿਲਾਨੀ ਹੋਵੇਗੀ, ਆਪਣੇ ਜੀਵਨ ਤੋਂ ਗਿਲਾਨੀ ਹੋਵੇਗੀ, ਉਹਨਾਂ ਨੂੰ ਮਹਿਸੂਸ ਹੋਏਗਾ ਕਿ ਦੇਖ ਯਾਰ ਲੋਕ ਕਿੰਨੇ ਕਿੰਨੇ ਅਮੀਰ ਰਹਿ ਰਹੇ ਨੇ, ਵਧੀਆ ਘਰਾਂ 'ਚ ਰਹਿ ਰਹੇ ਨੇ, ਅਸੀਂ ਤਾਂ ਗਰੀਬੀ ਭੁਗਤ ਰਹੇ। ਉਹ ਕੁਛ ਯਤਨ ਕਰਨਗੇ ਬਦਲਣ ਦਾ, ਨਹੀਂ ਤਾਂ ਬਸ ਉਸੇ ਤਰ੍ਹਾਂ ਫਿਰੀ ਜਾਣਾ ਉਹਨਾਂ ਨੂੰ। ਇੱਕ ਇਹ ਵੀ ਬੜੀ ਵੱਡੀ ਸਮੱਸਿਆ। ਫਿਰ ਇਹ ਜਿਹੜਾ ਸਮਝਾਓ ਸਮਝਦੇ ਨਹੀਂ ਹੈਗੇ। ਇੱਕ ਹੋਰ ਸਮੱਸਿਆ, ਜੇ ਤੁਸੀਂ ਇਹੋ ਜਿਹਾ ਨੂੰ ਕੋਈ ਹੱਲ ਦੱਸੋ ਨਾ ਵੀ ਤੁਹਾਡੀ ਗਰੀਬੀ ਇਸ ਤਰ੍ਹਾਂ ਦੂਰ ਹੋ ਸਕਦੀ ਹੈ, ਤੁਸੀਂ ਆਹ ਕਰੋ, ਉਹ ਕਰਨ ਨੂੰ ਤਿਆਰ ਹੀ ਨਹੀਂ ਹੈਗੇ, ਕਰਨ ਨੂੰ ਤਿਆਰ ਹੀ ਨਹੀਂ। ਬਸ ਉਹ ਇੱਕ ਉਹਨਾਂ ਦੀ ਸੋਚ ਬਣ ਗਈ ਹੈ, ਬਸ ਉਸੇ 'ਚ ਹੀ ਉਹਨਾਂ ਫਿਰੀ ਜਾਣਾ। ਮੈਂ ਬਥੇਰਿਆਂ ਨੂੰ ਢੰਗ ਤਰੀਕੇ ਦੱਸ ਕੇ ਥੱਕ ਗਿਆ, ਰਿਸ਼ਤੇਦਾਰਾਂ ਨੂੰ, ਦੂਜਿਆਂ ਨੂੰ, ਵੀ ਤੁਸੀਂ ਇਸ ਵਿੱਚੋਂ ਨਿਕਲੋ। ਤੁਸੀਂ ਉਹ ਨਿਕਲਣ ਲਈ ਤਿਆਰ ਹੀ ਨਹੀਂ ਹੈਗੇ। ਹੁਣ ਘਸੀਟ ਕੇ ਕਿਵੇਂ ਉਹਨਾਂ ਨੂੰ ਉਸ ਹਾਲਾਤ 'ਚੋਂ ਕੱਢੀਏ? ਜਾਂਚ ਦੱਸੀ ਜਾ ਸਕਦੇ, ਤੁਸੀਂ ਆਹ ਕਰੋ। ਇੱਕ ਆ ਗਿਆ ਮੇਰੇ ਕੋਲ ਬਾਪ ਵੀ ਨਾਲ ਆ ਗਿਆ, ਅਸੀਂ ਆਪਣੇ ਮੁੰਡਾ ਵੀ ਆ ਗਿਆ, ਅਸੀਂ ਆਪਣੇ ਮੁੰਡੇ ਨੂੰ ਜੇ ਅਮਰੀਕਾ ਭੇਜ ਰਹੇ, ਮੈਨੂੰ ਪਤਾ ਸੀ ਇਲੀਗਲ ਜਾਊਗਾ, ਇਹ ਗਲਤ ਤਰੀਕੇ ਨਾਲ ਜਾਏਗਾ। ਮੈਂ ਜੀ ਇਹ ਲੀਗਲ ਜਾਏਗਾ, ਇਹਨੂੰ ਉੱਥੇ ਜੇਲ੍ਹ ਹੋ ਸਕਦੀ ਹੈ, ਕੋਈ ਨਹੀਂ ਛਡੂ ਲੈਣਗੇ ਉੱਥੇ ਜੀ। ਮੈਂ ਏਜੰਟ ਕਿੰਨੇ ਲੱਖ ਮੰਗਦਾ? ਕਹਿੰਦੇ 50 ਲੱਖ ਮੰਗਦਾ। ਮੈਂ ਮੂਰਖੋ, ਕਹਿਣਾ ਨਹੀਂ ਚਾਹੀਦਾ ਕਿ ਸਾਰੇ ਜੱਟ ਸੁਣ ਰਹੇ ਵੀ ਸਾਨੂੰ ਮੂਰਖ ਕਹਿੰਦੇ। ਮੈਂ ਆਪ ਵੀ ਜੱਟ, ਪਰ ਮੈਂ ਦੇਖੇ ਮੂਰਖ ਹੁੰਦੇ ਨੇ। ਉਹ ਮੈਂ ਕਮਲਿਆ, ਤੁਸੀਂ ਖੇਤੀਬਾੜੀ ਕਰਦੇ ਹੋ, ਤੂੰ 1-1 ਲੱਖ ਦੀਆਂ 5 ਮੱਝਾਂ ਲੈ ਲਓ, ਇਹ ਕਲਾਸ 5 ਮੱਝਾਂ ਆ ਜਾਣੇ ਦੁੱਧ ਦੇਣ ਵਾਲੀ, ਤੂੰ ਦੁੱਧ ਵੇਚਣਾ ਸ਼ੁਰੂ ਕਰ ਦੇ, ਤੈਨੂੰ ਕੀ ਲੋੜ? 45 ਲੱਖ ਤਾਂ ਵੀ ਤੈਨੂੰ ਬਚੂਗਾ, ਉਹੀ 45 ਲੱਖ ਦੇ ਵਿਆਜ ਖਾਈ ਜਾਵੀਂ, ਅਤੇ ਮੱਝਾਂ 5, 1 ਮੱਝ ਦਾ ਤੁਸੀਂ ਦੁੱਧ ਘਰ ਵਰਤ ਲਓ, 4 ਦਾ ਵੇਚਣਾ ਸ਼ੁਰੂ ਕਰ ਦਿਓ, ਇੱਥੇ ਹੀ ਸਭ ਕੁਛ ਹੋ ਜਾਏਗਾ। ਉਹਨੇ ਮੇਰੀ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ। ਮੈਂ ਜੋ ਦਫਾ ਆਪਣਾ 50 ਲੱਖ ਭੇਜੋ, ਜਾਣਾ ਮੈਂ ਜਾਓ ਜੀ। ਮੈਂ ਨਹੀਂ, ਜੇ ਤਾਂ ਮੇਰੀ ਗੱਲ ਧਿਆਨ ਨਾਲ ਸੁਣਦੇ ਫਿਰ ਤਾਂ ਮੈਂ ਸਮਝਦਾ ਕੋਈ ਅਸਰ ਹੋ ਰਿਹਾ ਨੂੰ। ਉਹਨਾਂ ਸੁਣਿਆ ਅਣਸੁਣਿਆ ਕਰਤਾ, ਕਿਉਂ ਪਹਿਲੇ ਹੀ ਬਣਾ ਕੇ ਬਸ ਅਮਰੀਕਾ ਜਾਣਾ, ਪਤਾ ਨਹੀਂ ਉੱਥੇ ਕੀ ਹੋਏਗਾ। ਉੱਥੇ ਦਰਖਤਾਂ ਨੂੰ ਡਾਲਰ ਲੱਗਦੇ ਨੇ, ਹਿਲਾਵਾਂਗੇ ਮਰਦਾਨਾ ਜੀ, ਕਿੱਕਰ ਹਿਲਾਓ ਮਠਿਆਈ ਡਿੱਗੇਗੀ। ਇਹ ਸਮਝਦਾ ਸੀ ਮਠਿਆਈ ਡਿੱਗੇਗੀ ਨਾ। ਮੈਂ ਤੁਸੀਂ ਪੱਕੇ ਹੋਣਾ, ਪਹਿਲਾਂ ਤੁਹਾਨੂੰ ਜੇਲ੍ਹ ਹੋ ਜਾਏਗੀ, ਫਿਰ ਹੀ ਜਾਓਗੇ ਅਤੇ ਧੱਕੇ ਖਾਂਦੇ ਹੋਏ ਮੁੜ ਕੇ ਤੁਸੀਂ ਇੰਡੀਆ ਨਹੀਂ ਆ ਸਕਦੇ। ਇਹ ਜਿਹੜੇ ਇਲੀਗਲ ਹੋਏ ਬੜਾ ਸਿਆਪਾ ਇਹਨਾਂ ਦਾ, ਪਰ ਨਹੀਂ, ਜਿਹੜਾ ਮਰਜ਼ੀ ਸਮਝਾ ਲਓ, ਇਹ ਅਕਲ 'ਚ ਹੀ ਨਹੀਂ ਗੱਲ ਪੈਂਦੀ ਇਹਨਾਂ ਨੂੰ। ਮੇਰੀ ਤਾਂ 15 ਸਾਲਾਂ 'ਚ ਇੱਕ ਬੰਦੇ ਨੇ ਗੱਲ ਮੰਨੀ। ਇੱਕ ਜੱਟ ਆ ਗਿਆ ਮੇਰੇ ਕੋਲ, ਕਹਿੰਦਾ ਬਾਬਾ ਜੀ ਮੇਰੇ ਕੋਲ 1 ਕਿੱਲਾ ਜ਼ਮੀਨ, ਅਤੇ ਜਿਹੜਾ ਹੈ ਮੈਨੂੰ ਮਜ਼ਦੂਰੀ ਕਰਨੀ ਪੈਂਦੀ, ਗੁਜ਼ਾਰਾ ਨਹੀਂ ਹੁੰਦਾ। ਮੈਂ ਠੀਕ ਹੈ ਭਾਈ, ਕਿੰਨਾ ਠੇਕਾ ਕਿੰਨਾ ਮਿਲਦਾ? ਕਹੇ 30,000 ਰੁਪਏ ਠੇਕਾ ਮਿਲਦਾ ਸਾਲ ਦਾ। ਮੈਂ ਦੇਖ, ਜੇ ਤੂੰ ਮੇਰੀ ਗੱਲ ਮੰਨ ਲੈਣਾ, ਮੈਂ ਤੇਰਾ 30,000 ਮਹੀਨੇ ਦਾ ਪ੍ਰਬੰਧ ਕਰ ਸਕਦਾ। ਕਹਾ ਜੀ 30,000 ਮਹੀਨੇ? ਹਾਂ, ਮੈਂ 30,000 ਮਹੀਨੇ ਦਾ। ਮੈਂ ਕੀ ਭਾਅ ਵਿਕਦੀ ਤੁਹਾਡੀ ਜ਼ਮੀਨ? ਕਹੇ ਜੀ 44-45 ਲੱਖ। ਉਸ ਸਮੇਂ ਅੱਜ ਤਾਂ ਸਸਤੀ ਹੋ ਗਈ। ਮੈਂ ਸੁਣ, ਮੰਨ ਲਓ 40 ਲੱਖ ਦੀ ਵਿਕਦੀ ਹੈ। ਇਹ ਜਿਸ ਵੇਲੇ ਮੈਨੂੰ ਗੱਲ ਕਰ ਰਿਹਾ, ਉਹਦਾ 9% ਵਿਆਜ ਬੈਂਕ 'ਚ ਮਿਲਿਆ ਕਰਦੇ ਸੀ FD 'ਤੇ। ਮੈਂ ਤੂੰ 40 ਲੱਖ ਰੁਪਈਆ ਬੈਂਕ ਜਮ੍ਹਾਂ ਕਰ ਦੇ, ਢੰਗ ਤਰੀਕਾ ਸਾਰਾ ਮੈਂ ਤੈਨੂੰ ਦੱਸ ਦਾਂਗਾ, ਉਹ ਤੂੰ ਜਮ੍ਹਾਂ ਕਰਾ ਦੀ।
ਉਸ 'ਤੇ ਤੈਨੂੰ 9% ਦੇ ਨਾਲ ਨਾ 3,60,000 ਰੁਪਇਆ ਵਿਆਜ ਮਿਲੇਗੀ ਸਾਲ ਦੀ। ਤੇ ਫਿਰ ਕਿੰਨੇ ਹੋ ਗਿਆ? 30,000 ਮਹੀਨਾ ਹੋਇਆ ਕਿ ਨਹੀਂ? ਮੈਨੂੰ 30,000 ਮਹੀਨਾ ਤੈਨੂੰ ਵਿਆਜ ਮਿਲੇਗੀ, ਪੈਸੇ ਤੇਰੇ ਉਸ ਤੇਰੇ ਬੈਂਕ ਸੇਫ ਨੇ। ਕਹਿੰਦੇ ਤੁਸੀਂ ਠੀਕ ਹੈ ਨਾ? ਮੈਂ ਠੀਕ ਹੈ ਨਾ, ਮੈਂ ਠੀਕ ਹੈ ਨਾ। ਪਤਾ ਨਹੀਂ ਕੀ ਮਨ 'ਚ ਆਈ, ਮੈਨੂੰ ਕਹਾ ਜੀ ਮੈਂ ਨਾ ਆਪਣੀ ਜ਼ਮੀਨ ਵੇਚਣ 'ਤੇ ਲਾ ਦੀ। ਮੈਂ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ। ਇੱਕ ਤਾਂ ਰਿਸ਼ਤੇਦਾਰ ਕਿਸੇ ਨੂੰ ਦੱਸਣਾ ਨਹੀਂ, ਇਹ ਮੰਗਤੇ ਹੁੰਦੇ ਨੇ, ਮੰਗਣ ਆ ਜਾਏ ਮੋੜਦਾ ਕਿਸੇ ਹੈ ਨਹੀਂ ਮੁੜਦਾ ਇਹਦੇ ਕੋਈ ਨਾ। ਤੋ ਜੇ ਜਿੱਦੇ ਰਜਿਸਟਰੀ ਕਰਾਉਣੀ ਹੈ ਉਦੋਂ ਇੱਕ ਦਿਨ ਪਹਿਲਾਂ ਬੈਂਕ ਮੈਨੇਜਰ ਨਾਲ ਮੇਰੀ ਗੱਲ ਕਰਾ ਦੀ। ਉਹ ਕਹਿੰਦਾ ਜੀ ਨਾ ਮੇਰਾ ਨਾ ਜੀ 42 ਲੱਖ 'ਚ ਸੌਦਾ ਹੋ ਗਿਆ। ਮੈਂ ਦੇਖ 2 ਲੱਖ ਤੂੰ ਸੇਵਿੰਗ 'ਚ ਰੱਖ ਲਈ, 40 ਲੱਖ ਦੀ FD ਕਰਾ ਦੀ। ਇਹ 3 ਮਹੀਨੇ ਬਾਅਦ ਤੈਨੂੰ 90,000 ਰੁਪਇਆ ਮਿਲੇਗਾ, ਤੇਰੀ ਮਰਜ਼ੀ ਜਦੋਂ ਮਰਜ਼ੀ ਕਢਾ ਲਈ ਜਾ ਕੇ। ਉਹ ਕਹਿੰਦਾ ਮੈਂ ਕੱਲ੍ਹ ਨੂੰ ਰਜਿਸਟਰੀ ਕਰਾਉਣੀ। ਮੈਂ ਮੇਰੀ ਮੈਨੇਜਰ ਸਰ ਨਾਲ ਗੱਲ ਮੈਂ ਸਮਝਾਤਾ, ਮੈਂ ਜੀ ਆਹ ਗੱਲ ਹੈ ਇਸ ਤਰ੍ਹਾਂ ਦੀ। ਕਹਿੰਦੇ ਹਾਂਜੀ ਸਾਨੂੰ ਤਾਂ ਬੜੀ ਖੁਸ਼ੀ ਹੈ, ਆਓ ਅਸੀਂ ਕਰਾਂਗੇ। ਹਰ 3 ਮਹੀਨੇ ਬਾਅਦ ਇਹਦੇ ਸੇਵਿੰਗ ਦੇ ਵਿੱਚ 90,000 ਰੁਪਏ ਜਮ੍ਹਾਂ ਹੋ ਜਾ ਕਰੇਗਾ। ਇਹਦੀ ਮਰਜ਼ੀ ਜਦੋਂ ਮਰਜ਼ੀ ਕਿ ਜਿੰਨੇ ਮਰਜ਼ੀ ਕਢਾ ਕੇ ਲੈ ਜਾ ਕਰ। ਚਲੋ ਜੀ ਮੁੜ ਕੇ ਹੁਣ ਵੇਚਤੀ ਜੀ। ਮਹੀਨੇ ਕੁ ਬਾਅਦ ਆਇਆ ਨਵਾਂ ਸਾਈਕਲ। ਮੀਆਂ ਬੀਬੀ ਸਨ ਬਸ, ਵਧੀਆ ਕੱਪੜੇ ਪਾ ਰੱਖੇ, ਇਹ ਕਲਾਸ ਵਧੀਆ। ਆ ਕੇ ਪੈਰ ਫਾਲੇ, ਬਾਬਾ ਜੀ ਸਾਡਾ ਤਾਂ ਨਰਕ ਹੀ ਖਤਮ ਹੋ ਗਿਆ, ਤੂੰ ਸਾਨੂੰ ਸਵਰਗ 'ਚ ਲੈਂਦਾ। ਮੈਂ ਸ਼ੁਕਰ ਹੈ ਇਹ ਬਾਣੀਏ ਦੀ ਇੱਕ ਜੱਟ ਨੇ ਤਾਂ ਮੰਨੀ, ਹੋਰ ਤਾਂ ਕਿਸੇ ਮੇਰੀ ਮੰਨੀ ਨਹੀਂ। ਐਂ ਜ਼ਰੂਰ ਮੈਨੂੰ ਕਹਿੰਦੇ ਇਹ ਸਾਡੇ ਘਰ ਬਾਣੀਆਂ ਪੈਦਾ ਹੋ ਗਏ, ਮੰਨਦੇ ਨਹੀਂ ਹੈਗੇ। ਮੈਂ ਤੁਸੀਂ ਮੰਨੋਗੇ ਫੇਰ ਹੀ ਬਾਣੀਆਂ ਪੁਣਾ ਤੁਹਾਡੇ 'ਚ ਆਵੇਗਾ, ਕਹਿਣ ਨਾਲ ਕੀ ਬਣੇਗਾ? ਬਾਣੀਆਂ ਵਰਗੀ ਜਦੋਂ ਸਾਡੀ ਸੋਚ ਹੋ ਜਾਏਗੀ ਅਸੀਂ ਅਮੀਰ ਹੋ ਜਾਵਾਂਗੇ। ਕੁਝ ਜੱਟਾਂ ਦੀ ਸੋਚ ਬਾਣੀਆਂ ਵਾਲੀ ਹੋ ਗਈ, ਉਹ ਆੜਤੀ ਬਣ ਗਏ। ਦੇਖੋ ਉਹਨੇ ਕਿਹਾ ਸਾਨੂੰ ਕੀ ਲੋੜ ਹੈ ਇਹਨਾਂ ਨੂੰ ਵਿੱਚੋਂ ਦੇਈਏ, ਆਪ ਹੀ ਹੋ ਜੋ ਦੁਕਾਨਦਾਰ, ਆਪ ਹੀ ਹੋ ਜੋ ਦੁਕਾਨਦਾਰ। ਖੇਤੀ ਦੀ ਇੱਕ ਹੱਦ ਹੈ, ਦੁਕਾਨ ਦੀ ਤਾਂ ਹੱਦ ਹੀ ਕੋਈ, ਜਿਹੜੀ ਮਰਜ਼ੀ ਅੱਗੇ ਆਪਣਾ ਵਪਾਰ ਵਧਾਈ ਜਾਵ। ਸਾਨੂੰ ਮਜ਼ਦੂਰੀ ਤੇ ਨੌਕਰੀ ਤੋਂ ਬਿਨਾਂ ਹੋਰ ਕੋਈ ਸੁਝਦਾ ਹੀ ਨਹੀਂ। ਸਾਡੀ ਜੋ ਪੜ੍ਹਾਈ ਹੈ, ਜੋ ਸਾਡੀ ਸੋਚ ਹੈ, ਉਹ ਬਸ ਨੌਕਰੀ ਕੋਈ ਮਿਲ ਜਾਏ, ਇੱਥੋਂ ਤੱਕ ਸੋਚ ਹੈ। ਜੇ ਕਿ ਤੁਸੀਂ ਆਪਣਾ ਕੰਮ ਕਰਨ ਲੱਗ ਜਾਈਏ, ਨਾਲੇ ਆਪ ਨੂੰ ਰੁਜ਼ਗਾਰ, ਅੱਗੇ ਅਸੀਂ ਕਿਸੇ ਜਿਉਂ ਕੰਮ ਵਧੇਗਾ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਸਕਦੇ ਹਾਂ, ਆਪਣੇ ਕਿਸੇ ਰਿਸ਼ਤੇਦਾਰ ਨੂੰ ਨਾਲ ਰੁਜ਼ਗਾਰ ਦੇ ਸਕਦੇ ਹਾਂ। ਵਪਾਰ ਹੈ, ਦੁਕਾਨਦਾਰੀ ਹੈ। ਨੌਕਰੀ ਕਰੋਗੇ ਤਾਂ ਬਸ ਠੀਕ ਹੈ, ਨੌਕਰੀ ਬਗੈਰ ਫਿਰੀ ਜਾਓ ਜੀ। ਸੋ ਇਸ ਲਈ ਸਾਡੀ ਸੋਚ ਕਿਸੇ ਦਾਇਰੇ 'ਚੋਂ ਬਾਹਰ ਨਿਕਲਦੀ ਨਹੀਂ ਹੈਗੀ, ਉੱਥੇ ਹੀ ਗੇੜੇ ਗੂੜੇ ਜਿਹੇ ਅਸੀਂ ਸੋਚ ਲਾਈ ਜਾਂਦੇ ਹਾਂ। ਗੁਰੂ ਮਾਰੇ ਭਲੇ ਕਰਨ ਵੀ ਤੂੰ ਲੱਖਾਂ ਰੁਪਈਏ ਲਾ ਕੇ ਬਾਹਰ ਜਾਣਾ, ਚਾਹੇ ਤੂੰ ਨਹੀਂ ਮੱਝਾਂ ਰੱਖਣੀ ਹੈ, ਮੈਂ ਤੂੰ 5 ਲੱਖ ਦੀ ਦੁਕਾਨ 'ਚ ਸਮਾਨ ਹੀ ਪਾ ਲੈ, 10,000 ਦੀ ਦੁਕਾਨ ਕਿਰਾਏ 'ਤੇ ਮਿਲ ਜਾਵੇ। ਜਿਸ ਪਿੰਡ 'ਚ ਰਹਿਣਾ ਉੱਥੇ ਖੋਲ੍ਹ ਲੈ, ਕੋਈ ਜ਼ਰੂਰੀ ਤੇਰੇ ਸ਼ਹਿਰ ਜਾ ਕੇ ਖੋਲ੍ਹਣ ਦੀ। ਪਿੰਡ 'ਚ ਦੁਕਾਨ ਖੋਲ੍ਹ ਲੈ। ਅੱਜ ਕੱਲ੍ਹ ਸਾਰਾ ਕੁਝ ਪੈਕਟਾਂ 'ਚ ਆਉਂਦਾ, ਦਾਲ ਕੀ, ਜਿਹੜਾ ਚਾਹ ਕੀ, ਚੀਨੀ ਕੀ, ਸਭ ਕੁਝ ਪੈਕਟਾਂ 'ਚ ਆਉਂਦਾ। ਬਸ ਆ ਜੇ ਅੱਧਾ ਕਿੱਲੋ ਦਾ ਚੱਕ ਬਈ, ਮੈਂ 10% ਜਿਹੜਾ ਪ੍ਰੋਫਿਟ ਰੱਖ ਲੈ, ਪ੍ਰੋਫਿਟ ਵੱਧ ਰੱਖੀ ਨਾ। 100 ਦੀ ਚੀਜ਼ ਹੁਣ 110 ਦੀ ਵੇਚਣੀ, ਬਸ ਉਹ ਸਾਲ 2 ਸਾਲਾਂ 'ਚ ਤੇਰੀ ਬੱਲੇ ਬੱਲੇ ਹੋ ਜਾਏਗੀ। ਬਸ ਗੱਲ ਬਣ ਗਈ। ਹੋਰ ਕੀ, ਜੇ ਤੂੰ ਲੋਕਾਂ ਨੂੰ ਸਸਤੀ ਦੇਵੇਂਗਾ, ਜੇ ਤੂੰ ਪਹਿਲੇ ਦੇ ਛਿੱਲ ਲਾਉਣ ਲੱਗ ਗਿਆ ਫਿਰ ਹਟ ਜਾਏਗਾ। ਜਿਵੇਂ ਇੱਕ ਸਾਡਾ ਸਤਸੰਗੀ ਕਹੇ ਮੇਰੇ ਮੁੰਡੇ ਨੇ ਮੱਝਾਂ ਰੱਖ ਲਏ, ਸਾਡੇ ਤੋਂ ਦੁੱਧ ਲੈ ਲਿਆ ਕਰੋ। ਮੈਂ ਚੱਲ ਭਾਈ ਸਤਸੰਗੀ ਇਹਨੇ ਤੋਂ ਦੁੱਧ ਲੈ ਲਿਆ। ਮੁੰਡੇ ਨੇ ਸੋਚਿਆ ਵੀ ਜੇ ਮੈਂ ਕੁਝ ਦਿਨਾਂ ਬਾਅਦ ਪਾਣੀ ਪਾਉਣ ਲੱਗਾ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਪਹਿਲਾਂ ਦੁੱਧ ਸੰਘਣਾ ਸੀ, ਹੁਣ ਪਤਲਾ। ਉਹਨੇ ਪਹਿਲੇ ਦਿਨ ਹੀ ਪਾਣੀ ਸ਼ੁਰੂ ਕਰਤਾ। ਉਹ 7 ਦਿਨ ਸਾਰੇ ਹੀ ਹਟ ਗਏ। ਜਿੰਨੇ ਸਤਸੰਗੀ ਲੱਗੇ ਸਨ 7 ਦਿਨ ਸਾਰੇ ਹੀ ਹਟ ਗਏ। ਇਹ ਲੋਕ ਰਾਤੇ ਰਾਤ ਅਮੀਰ ਹੋਣਾ ਚਾਹੁੰਦੇ ਨੇ, ਐ ਨਹੀਂ ਚੱਲੂਗਾ। ਦੁਕਾਨਦਾਰੀ ਤਾਂ ਐ ਸਮਝੇ ਇਸ ਨੂੰ ਗੁਜ਼ਾਰ ਠੀਕ ਹੈ। ਉਹਨੇ ਆਪਣੇ ਮੁੰਡੇ ਨੂੰ ਦੁਕਾਨ ਖੋਲ੍ਹ ਕੇ ਦਿੱਤੀ। ਕਹਿੰਦੇ ਕਾਕਾ 1 ਸਾਲ ਤੂੰ ਉਮੀਦ ਹੀ ਨਹੀਂ ਕਰਨੀ ਤੈਨੂੰ ਦਵਾਨੀ ਬਚੇਗੀ। ਆਪਾਂ ਦੁਕਾਨ ਮੁੱਲ ਲਈਏ, ਕਿਰਾਇਆ ਤਾਂ ਆਪਾਂ ਨੇ ਦੇਣਾ ਨਹੀਂ ਹੈ।
ਤੂੰ ਐ ਸਮਝ ਜਿੰਨੇ ਦਾ ਤੂੰ ਖਰੀਦਿਆ ਉਹਨੇ ਦਾ ਤੇਰਾ ਵਿਕਦਾ ਰਹੇ, ਤੂੰ ਧਿਆਨ 'ਤੇ ਲੱਗੇ। ਉਹ ਵਾਰਾਗਰਦੀ ਤਾਂ ਨਹੀਂ ਕਰਦਾ। ਫਿਰ 1 ਸਾਲ ਤੇਰਾ ਤਜਰਬਾ ਹੋ ਜਾਏਗਾ, ਆਪੇ ਲਾ ਚੱਲ ਪਏਗੀ। ਅਤੇ ਕਹਿੰਦਾ ਵਾਹ ਵਾਹ ਆਪਣਾ ਕਮਾ ਲੈਂਦਾ ਜੀ। ਹੁਣ ਹੌਲੀ ਹੌਲੀ ਤਜਰਬਾ ਹੋ ਗਿਆ, ਆਪਣਾ ਵਧੀਆ ਗੁਜ਼ਾਰਾ ਕਰਦੇ। ਇੱਕ ਗੁਲਜ਼ਾਰ ਸਿੰਘ ਵਰਗੇ ਦਾ ਦਿਮਾਗ ਬਾਣੀਆਂ ਕੋਈ ਕੰਮ ਕਰਦਾ ਅਤੇ ਸਾਡਾ ਨਹੀਂ ਕਰਦਾ ਹੈਗਾ। ਅਸੀਂ ਉਹ ਊਠ ਸੀ ਬੁੱਢੇ ਉਹਦੇ ਬੁੱਲ ਲਟਕ ਰਹੇ ਸਨ। ਇੱਕ ਜਿਹੜੀ ਸੀ ਗਿੱਦੜੀ, ਉਹ ਉੜਦੇ ਮਗਰ ਜਾ ਰਹੀ ਹੈ। ਅੱਗੋਂ ਇੱਕ ਹੋਰ ਜਾਨਵਰ ਪੁੱਛਦਾ ਵੀ ਤੂੰ ਇਹ ਊਠ ਦੇ ਮਗਰ ਕਿਉਂ ਜਾ ਰਹੀ ਹੈ? ਕਹਿੰਦੇ ਇਹਦਾ ਬੁੱਲ ਡਿੱਗੇਗਾ ਫਿਰ ਮੈਂ ਖਾਵਾਂਗੀ। ਬਸ ਅਸੀਂ ਐਂ ਹੀ ਜ਼ਿੰਦਗੀ ਲਾ ਦਿੰਦੇ ਹਾਂ। ਉਹ ਆਸਟ੍ਰੇਲੀਆ ਜਾਣਾ ਜੀ, ਉਹ ਤਾਂ ਬੰਦ ਹੋ ਗਿਆ ਜੀ, ਹੁਣ ਕਦੋਂ ਖੁੱਲੂਗਾ ਜੀ? ਬਾਬਾ ਦੱਸੋ ਜੀ। ਮੈਂ ਬਾਬਾ ਕੀ ਕਰੇ? ਹੋਰ ਕੋਈ ਕੰਮ ਹੀ ਨਹੀਂ ਤੁਹਾਨੂੰ ਆਉਂਦਾ? ਇੱਕੋ ਹੀ ਕੰਮ ਰਹਿ ਗਿਆ ਬਾਹਰ ਜਾਣਾ। ਕੰਮ ਮੁੱਕ ਗਏ ਨੇ। ਅਸੀਂ ਨਹੀਂ ਕੰਮ ਕਰਦੇ। ਬਾਹਰ ਜਾ ਕੇ ਮੁੰਡਾ ਚਲਿਆ ਗਿਆ, ਕਲੀ ਕਰ ਰਿਹਾ ਸੀ ਕਿਤੇ। ਮਾਂ ਨੇ ਟੈਲੀਫੋਨ ਕੀਤਾ, ਕਹਿੰਦੇ ਬੇਬੇ ਅਜੇ ਨਹੀਂ ਮੈਂ ਤੇਰੇ ਨਾਲ ਗੱਲ ਕਰ ਸਕਦਾ, ਠਹਿਰ ਕੇ। ਕਹਿੰਦੇ ਕਿਉਂ? ਕਹਿੰਦੇ ਮੈਂ ਕਲੀ ਕਰ ਰਿਹਾ। ਕਹਿੰਦੇ ਮੈਂ ਮੂਰਖਾ, ਜੇ ਕਲੀ ਕਰਨੀ ਸੀ ਪ੍ਰਦੇਸ਼ ਜਾ ਕੇ ਇੱਥੇ ਹੀ ਕਰ ਲੈਂਦਾ। ਅਸੀਂ ਬੜੇ ਅਜੀਬ ਹਾਂ, ਖਾਸ ਕਰਕੇ ਪੰਜਾਬ 'ਚ ਵੀ ਸਿੱਖ ਬੜੀ ਅਜੀਬ ਕੌਮ ਹੈ। ਕਿਆ ਇਹ ਤਾਂ ਗੁਰੂ ਨਾਨਕ ਦੀ ਥੋੜ੍ਹੀ ਜਿਹੜੇ 'ਤੇ ਕਿਰਪਾ ਹੈ, ਇਸ ਲਈ ਚੱਲੀ ਜਾਂਦਾ। ਜੇ ਗੁਰੂ ਨਾਨਕ ਦੀ ਕਿਰਪਾ ਨਾ ਹੋਵੇ, ਉਦੋਂ ਦਾ ਦੁਬਲਾ ਜਦੋਂ ਨਿਕਲ ਗਿਆ ਹੁੰਦਾ। ਜਿਹੜੀ ਦੀ ਸੋਚ ਹੈ, ਦਾਤਾ ਭਲੇ ਕਰੇ। ਗੁਰੂ ਮਹਾਰਾਜ ਕਹਿੰਦੇ ਹਰ ਆਪ ਦਇਆ ਕਰ ਦੇਵੇ ਤਾਂ ਅੰਮ੍ਰਿਤ ਹਰਸ ਚੱਖੀ। ਜੇ ਪਰਮਾਤਮਾ ਆਪ ਦਇਆ ਕਰਕੇ ਆਪਣੇ ਨਾਮ ਦੀ ਦਾਤ ਦੇ ਨਾ, ਫਿਰ ਅਸੀਂ ਨਾਮ ਰਸ ਨੂੰ ਚੱਖ ਸਕਦੇ ਹਾਂ। ਮੇਰੇ ਮਨ ਨਾ ਬਿਨਾ ਜੋ ਦੂਜੇ ਲਾਗੇ, ਤੇ ਸਾਖਤ ਨਰ ਜਮ ਘੁਟੀਏ। ਹੇ ਮਨਾ, ਜਿਹੜੇ ਬੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਪਾਸੇ ਲੱਗੇ ਹੋਏ ਨਾ, ਦੂਜਾ ਹੁਣ ਤਾਂ ਮਾਇਆ ਨੂੰ ਕਹਿੰਦੇ ਦੂਜੇ ਨਾਮ ਤੋਂ ਬਿਨਾਂ ਜਿਹੜੇ ਮਨੁੱਖ ਹੋਰ ਪਾਸੇ ਲੱਗੇ ਹੋਏ ਨਾ, ਤੇ ਸਾਖਤ ਨਰ, ਉਹ ਤੇ ਰੱਬ ਨਾਲ ਟੁੱਟੇ ਹੋਏ ਵਿਅਕਤੀ ਨੂੰ ਸਾਖਤ ਕਹਿੰਦੇ ਨੇ। ਮਾਇਆਧਾਰੀ ਨੂੰ ਵੀ ਸਾਖਤ ਕਹਿੰਦੇ ਨੇ, ਨਾਸਤਕ ਨੂੰ ਵੀ ਸਾਖਤ ਕਹਿੰਦੇ। ਉਹ ਤੇ ਨਾਸਤਕ ਨੇ। ਜਾਮ ਘੁੱਟੀਏ, ਜਮਾਂ ਨੇ ਉਹਨੇ ਫਿਰ ਘੁੱਟਣਾ, ਉਹਨੇ ਦਬਾਉਣਾ, ਉਹਨਾਂ ਦੇ ਵੱਟ ਕੱਢਦੇ ਨੇ ਵੀ ਤੁਸੀਂ ਨਾਮ ਨਹੀਂ ਜਪਿਆ, ਤਾਂ ਨਾਮ ਜਪਣ ਭੇਜਿਆ ਸੀ, ਕਰਦੇ ਕੀ ਰਹੇ ਤੁਸੀਂ? ਉਹਨਾਂ ਜਿਹੜਾ ਫਰਰਾ ਦੇ ਕੇ ਭੇਜਦੇ ਨਾ, ਪੂਰਾ ਸੰਮਨ ਹੁੰਦੇ ਨੇ। ਘਰ ਤੋਂ ਗਿੱਠ ਲੰਮਾ ਫਰਰਾ ਹੁੰਦਾ, ਜਿਸ ਲਿਖਿਆ ਹੁੰਦਾ ਜੈਮਲ ਸਿੰਘ ਸਪੁੱਤਰ ਖਜ਼ਾਨ ਸਿੰਘ ਸਪੁੱਤਰ ਵਧਾਵਾ ਸਿੰਘ, ਵੀ ਭੁਲੇਖਾ ਨਾ ਲੱਗ ਜੇ। ਦਾਦੇ ਦਾ ਨਾਮ ਵੀ ਲਿਖਿਆ ਹੁੰਦਾ। ਕੋਠੀ ਨੰਬਰ 108, ਨਿਊ ਮੈਰਿਜ ਕਲੋਨੀ, ਤ੍ਰਿਪੜੀ, ਪਟਿਆਲਾ, ਪੰਜਾਬ, ਹਿੰਦੁਸਤਾਨ। ਐਂ ਲਿਖਿਆ ਹੁੰਦਾ ਸਾਰਾ ਐਡਰੈਸ। ਉਹ ਜੋ ਹੀ ਇਹ ਐਡਰੈਸ ਪੜ੍ਹਦੇ ਨੇ, ਜਮਾਂ ਉਹਨਾਂ ਕੋਲ ਰਿਟਨ ਹੁੰਦਾ ਜਿੜ ਕੀ ਚੀਰੀ ਦਰਗਾਹ ਪਾਰਟੀ, ਤਿੰਨਾਂ ਮਰਨਾ ਭਾਈ, ਆਉਂਦੇ ਨੇ ਗੁਰਬਾਣੀ 'ਚ। ਉਹ ਫਰਰਾ ਸੰਮਣ ਉੱਥੋਂ ਜਾਰੀ ਹੋ ਜਾਂਦੇ ਨੇ। ਉਹ ਜਿਉਂ ਹੀ ਨਾਮ ਮੇਰਾ ਪੜ੍ਹੇਗੇ, ਮੈਂ ਦਿਸਣਾ ਸ਼ੁਰੂ ਹੋ ਜਾਏਗਾ ਕਿੱਥੇ ਬੈਠਾ। ਆ ਜਾਣਗੇ, ਚੰਗਾ ਜੀ ਸਦਾ ਹੀ ਤਿਆਰ ਹੋ ਗਿਆ ਤੁਹਾਡਾ ਵੇਲਾ। ਉਹਨੇ ਉੱਥੇ ਸਭ ਦਿਸ ਰਿਹਾ ਹੁੰਦਾ। ਮੈਨੂੰ ਪਹਿਲਾਂ ਇਹ ਗਿਆਨ ਨਹੀਂ ਸੀ। ਮੈਂ ਯਾਰ ਐਡਾ ਵੱਡਾ ਸੰਸਾਰ ਹੈ, ਇਹ ਕਿਵੇਂ ਲੱਭ ਲੈਂਦੇ ਨੇ ਵੀ ਫਲਾਣੇ ਚੱਕ ਕੇ ਲਿਆਉਣੇ? ਇਹ ਕਿਵੇਂ ਲੱਭ ਲੈਂਦੇ? ਇਹਨੂੰ ਦੇਖੋ 750 ਕਰੋੜ ਦੀ ਆਬਾਦੀ ਸੰਸਾਰ ਦੀ ਹੈ, ਅਤੇ ਉਹ 'ਚ ਦਾ ਮੇਰਾ ਐਡਰੈਸ ਦਿੱਤਾ ਵੀ ਇਹ ਕਿਵੇਂ ਲੱਭ ਲੈਂਦੇ ਨੇ ਜਾਵਾਂ? ਉਹ ਤਾਂ ਪਿਤਾ ਜੀ ਨਾਲ ਮੇਰਾ ਮੇਲ ਹੋ ਗਿਆ ਇੱਕ ਸਤਸੰਗ 'ਚ ਬੈਠੇ ਹੋਏ, ਕਈ ਸਾਲਾਂ ਦੀ ਗੱਲ ਹੈ। ਪਿਤਾ ਜੀ ਮੇਰੇ ਤਾਂ ਕਾਫੀ ਦੇਰ ਦੇ ਸਵਰਗਵਾਸ ਹੋ ਗਏ। ਮੈਂ ਪੁਲਿਸ ਲਾਈਨ ਦੇ ਵਿੱਚ ਕਥਾ ਕਰ ਰਿਹਾ, ਉਹ ਸਾਹਮਣੇ ਆ ਕੇ ਬਹਿ ਗਏ ਰੂਪ 'ਚ। ਮੈਂ ਬੜਾ ਹੈਰਾਨ ਹੋਇਆ। ਚਲੋ ਕਥਾ ਵਾਰਤਾ ਤੋਂ ਬਾਅਦ ਮੈਂ ਉਹ ਮਾਲਕਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਕੁਝ ਸਮਾਂ ਬੁਲਾਉਣਾ ਨਹੀਂ ਜੀ, ਮੈਂ ਆਪੇ ਰੋਟੀ ਮੰਗਾਂਗਾ। ਉਹਨਾਂ ਨੂੰ ਕੀ ਪਤਾ ਸੀ। ਮੈਂ ਪਿਤਾ ਜੀ ਨੂੰ ਕਿਹਾ ਵੀ ਤੁਸੀਂ ਕਿੱਥੋਂ ਆਏ ਹੋ ਜੀ?
ਕਹੇ ਮੈਂ ਸਵਰਗ 'ਚੋਂ ਆਇਆ। ਮੈਂ ਬੜਾ ਹੈਰਾਨ ਹੋਇਆ ਵੀ ਇਹ ਤਾਂ ਭਜਨ ਬੰਦਗੀ ਕਰਦੇ ਨਹੀਂ ਸਨ, ਅਨਪੜ੍ਹ ਬੰਦੇ ਸਨ, ਹਲ ਵਾਹੁਣ ਵਾਲੇ ਬੰਦੇ ਸਨ, ਜਿਹੜੇ ਗੁਰਦੁਆਰੇ ਜਾਂਦੇ ਸਨ, ਉਂਝ ਸ਼ਰਧਾਲੂ ਸਨ। ਇਹ ਸਵਰਗ 'ਚ ਕਿਵੇਂ ਚਲੇ ਗਏ? ਉਹਨਾਂ ਫਿਰ ਦੱਸਿਆ। ਕਹਿੰਦੇ ਮੈਂ ਵੀ ਉਹਨਾਂ ਨੂੰ ਪੁੱਛਿਆ ਸੀ ਵੀ ਮੈਂ ਸਵਰਗ 'ਚ ਕਿਵੇਂ ਆ ਗਿਆ। ਉਹ ਕਹਿੰਦੇ ਮਰਨ ਤੋਂ ਬਾਅਦ ਜਿਹੜਾ ਤੂੰ ਇੱਕ ਹੋਰ ਜੀਵਨ ਜੀਵਿਆ ਨਾ, ਉਹ ਬੜਾ ਗੁਰਸਿੱਖ ਪਰਿਵਾਰ ਸੀ। ਤੂੰ ਉੱਥੇ ਰਹਿ ਕੇ ਬੜੀ ਭਜਨ ਬੰਦਗੀ ਕੀਤੀ, ਠੀਕ ਹੈ। ਇੱਕ ਤੇਰਾ ਪੁੱਤਰ ਹੈ ਜੈਮਲ ਸਿੰਘ, ਕਹਿੰਦੇ ਉਹਦੀ ਭਜਨ ਬੰਦਗੀ ਦਾ ਤੈਨੂੰ ਹਿੱਸਾ ਮਿਲਦਾ ਰਿਹਾ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਬਈ ਮੈਨੂੰ ਤਾਂ ਪਤਾ ਨਹੀਂ ਮੇਰਾ ਪੁੱਤ ਜਿਉਂਦਾ ਕਿ ਨਹੀਂ ਜਿਉਂਦਾ, ਹੁਣ ਕਿੰਨੇ ਸਾਲਾਂ ਦੀ ਗੱਲ ਹੈ। ਉਹ ਕਹਿੰਦੇ ਨਹੀਂ ਜਿਉਂਦਾ। ਕਹਿ ਜੀ ਮੈਂ ਉਹਨੂੰ ਮਿਲਣਾ ਫਿਰ ਕਿਵੇਂ ਮਿਲ ਸਕਦਾ? ਕਹਿ ਤੂੰ ਆਪਣੇ ਪੁੱਤਾਂ ਦਾ ਖਿਆਲ ਕਰ, ਚਿਹਰਾ ਥੋੜ੍ਹਾ ਬਹੁਤ ਤੈਨੂੰ ਯਾਦ ਹੈ? ਕਹਿੰਦਾ ਹਾਂ। ਕਹਿ ਜਦੋਂ ਮੈਂ ਤੇਰਾ ਧਿਆਨ ਤਰਿਆ ਤੂੰ ਮੈਨੂੰ ਦਿਸਣ ਲੱਗ ਗਿਆ। ਕਹਿੰਦੇ ਜਾਇਆ ਮਿਲਿਆ ਫਿਰ ਵਾਪਸ ਆ ਜੀ। ਕਹਿੰਦੇ ਮੈਂ ਤਾਂ ਆਇਆ, ਉਹ ਤੇ ਪੁੱਛਣਾ ਨਹੀਂ ਪਿਆ ਵੀ ਕਿਹੜੀ ਕਲੋਨੀ 'ਚ ਤੇ ਕਿੱਥੇ ਬੈਠਾ ਇਸ ਵੇਲੇ। ਨਾ, ਮੈਂ ਤੇਰਾ ਧਿਆਨ ਤਰਿਆ ਤੂੰ ਮੈਨੂੰ ਦਿਸਣ ਲੱਗਿਆ, ਫਿਰ ਮੈਂ ਸਿੱਧਾ ਹੀ ਆ ਗਿਆ। ਮੈਂ ਸਿੱਧੇ ਆਕਾਸ਼ 'ਚ ਇੱਥੇ ਸਿੱਧੇ ਤੇਰੇ ਸਾਹਮਣੇ ਆ ਬੈਠਾ ਹਾਂ। ਮੈਨੂੰ ਫਿਰ ਸਮਝ ਆਈ, ਮੈਂ ਓਹੋ ਇਹ ਜੰਮ ਕਿਵੇਂ ਲੱਭ ਲੈਂਦੇ ਨੇ ਵੀ ਐਡੇ ਵੱਡੇ ਸੰਸਾਰ ਦੇ ਵਿੱਚੋਂ ਉਹ ਬੰਦਾ ਲੱਭ ਲੈਣਾ। ਜਿਵੇਂ ਤੁਸੀਂ ਆ ਕੇ ਕਿਹਾ ਜੀ ਬਈ ਦਰਸ਼ਨ ਸਿੰਘ ਦਾ ਮੰਗਣਾ ਛੇਤੀ ਹੋ ਜਾਏ, ਧਿਆਨ ਦੇਣਾ। ਹੁਣ ਦਰਸ਼ਨ ਸਿੰਘ ਦਾ ਪਤਾ ਹੀ ਨਹੀਂ ਕਿੰਨੇ ਕੁ ਨੇ। ਮੈਂ ਹੁਕਮਨਾਮਾ ਲਿਆ, ਉੱਥੇ ਆ ਗਿਆ, ਹਾਂਜੀ ਯੈਸ ਹੋ ਜਾਏਗਾ ਮੰਗਣਾ। ਮੈਂ ਕਦੋਂ ਹੋਵੇਗਾ ਜੀ? 31 ਅਗਸਤ ਤੋਂ ਪਹਿਲਾਂ ਹੋ ਜਾਏਗਾ। ਦੇਖੋ ਜਿਹਨੇ ਦੱਸਿਆ ਉਹਨੇ ਸੰਸਾਰ 'ਚ ਪਹਿਲਾਂ ਦੇਖਿਆ ਕਿਹੜਾ ਦਰਸ਼ਨ ਸਿੰਘ ਹੈ। ਇਹ ਕਿਹੜੇ ਦਰਸ਼ਨ ਸਿੰਘ ਦੀ ਅਰਦਾਸ ਕਰਾਉਂਦੇ ਨੇ? ਇਹ ਵੀ ਤਾਂ ਕਿੰਨੀ ਹੈਰਾਨੀ ਦੀ ਗੱਲ ਹੈ। ਜੇ ਤਾਂ ਮੈਂ ਕਹਿੰਦਾ ਹਾਂ ਦਰਸ਼ਨ ਸਿੰਘ ਸੁਪੁੱਤਰ ਫਲਾਣਾ ਸਿੰਘ ਫਲਾਣਾ ਆ ਪੂਰਾ ਐਡਰੈਸ ਬੋਲਦਾ, ਫਿਰ ਤਾਂ ਗੱਲ ਹੁੰਦੀ ਨਾ। ਇੱਕ ਬੀਬੀ ਕਹਿੰਦੀ ਜੇ ਮੇਰੇ ਬੱਚਾ ਹੋ ਜਾਏ, ਮੈਂ ਕੀ ਨਾਂ ਹੈ ਜੀ? ਆਹ ਨਾਂ ਹੈ। ਹੁਕਮਨਾਮਾ ਲਿਆ ਜੋ ਆਇਆ। ਫਿਰ ਮੈਂ ਕਿਵੇਂ ਸੋਚ ਰਿਹਾ ਵੀ ਕਮਾਲ ਦੀ ਗੱਲ ਇਹ ਹੈ ਵੀ ਇਸ ਨਾਮ ਦੀਆਂ ਕਿੰਨੀਆਂ ਬੀਬੀਆਂ ਸੰਸਾਰ 'ਚ ਨੇ। ਹੁਕਮਨਾਮਾ ਇਸ ਬੀਬੀ ਦਾ ਹੀ ਆਇਆ, ਇਸ ਦਾ ਆਇਆ, ਹਾਲਾਂਕਿ ਇਸ ਨਾਮ ਦੀ ਕਿੰਨੀਆਂ ਹੀ ਨੇ। ਇਸ ਲਈ ਪਰਮਾਤਮਾ ਨੂੰ ਸਭ ਪਤਾ ਹੈ, ਅਤੇ ਜਿਹੜੇ ਉੱਪਰ ਬੈਠੇ ਨੇ ਉਹਨਾਂ ਨੂੰ ਸਭ ਕੁਝ ਦਿਸ ਰਿਹਾ, ਉਹਨੂੰ ਸਭ ਦਿਸ ਰਿਹਾ ਵੀ ਸਾਡਾ ਕਿੱਥੇ ਕੋਈ ਬੈਠਾ, ਕਿੱਥੇ ਕੋਈ ਨਹੀਂ ਬੈਠਾ, ਕੀ ਕਰ ਰਿਹਾ। ਕਿ ਜੇ ਉਹਨਾਂ ਨੂੰ ਦਿਸ ਰਿਹਾ ਤਾਂ ਰੱਬ ਨੂੰ ਕਿਉਂ ਨਹੀਂ ਦਿਸਦਾ? ਉਹ ਤਾਂ ਕੋਲ ਹੀ ਹੈ। ਕਿਸੇ ਨੇ ਫਿਰ ਬੜਾ ਸਾਵਧਾਨ ਰਹਿਣਾ ਪੈਂਦਾ। ਮੈਂ ਤਾਂ ਆਪਣੀ ਬੀਬੀ ਤੋਂ ਡਰ ਕੇ ਰਹਿਣਾ ਵੀ ਪਹਿਲਾਂ ਤਾਂ ਸਰੀਰ ਰੂਪ ਸੀ, ਬਾਹਰ ਗਈਏ ਕੀ ਦਿਸ ਰਿਹਾ, ਮੈਂ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਵੀ ਘਰ ਆਊਗੀ ਤਾਂ ਪਤਾ ਲੱਗੂਗਾ ਮੈਂ ਬੈਠਾ ਲੇਟਿਆ ਹੋਇਆ ਕੀ ਕਰ ਰਿਹਾ। ਹੁਣ ਤਾਂ ਰੂਪ ਹੈ, ਉਹਦੇ ਇੱਥੇ ਉੱਥੇ ਵੇਖ ਰਹੀ ਹੋਵੇਗੀ। ਲੋਕਾਂ ਨੂੰ ਨਹੀਂ ਕਹਿੰਦਾ, ਕਰਦਾ ਹੈ। ਮੈਂ ਸੋਚਦਾ ਉਹ ਕਹਿੰਦੀ ਹੋਏਗੀ ਲੋਕਾਂ ਨੂੰ ਉਪਦੇਸ਼ ਦਿੰਦਾ, ਜਾਣਦੀਆਂ ਮੈਂ ਤੈਨੂੰ। ਸੋ ਗੁਰੂ ਮਹਾਰਾਜ ਕੇ ਇਹੋ ਜਿਹੇ ਲੋਕਾਂ ਨੂੰ ਜਮ ਕੁੱਟਿਆ, ਜਮਦੂਤ ਕੁੱਟ ਕੇ ਮਾਰ ਦਿੰਦੇ ਨੇ। ਤੇ ਸਾਕਤ ਚੋਰ ਜਿਨ੍ਹਾਂ ਨਾਂ ਵਿਸਾਰਿਆ, ਇਹੋ ਜਿਹੇ ਸਾਕਤ ਚੋਰ ਨੇ। ਕਿਹੜੇ ਚੋਰ ਨੇ? ਜਿਨ ਨਾਮ ਹੀ ਨਹੀਂ ਜਪਿਆ। ਉਹ ਪਰਮਾਤਮਾ ਨਜ਼ਰਾਂ 'ਚ ਕਹਿੰਦੇ ਚੋਰ ਨੇ। ਫਿਰ ਹੋਵੇ ਫਿਰ ਹੱਲ ਕੀ ਹੋਵੇ? ਮਨ ਤਿਨ ਕੈ ਨਿਕਟ ਨਾ ਭਿਟਿਆ। ਹੇ ਮੇਰੇ ਮਨਾ, ਉਹਨਾਂ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ ਜਿਹੜੇ ਨਾਮ ਨਹੀਂ ਜਪਦੇ। ਉਹਨਾਂ ਦੀ ਨੇੜੇ ਵੀ ਨਹੀਂ, ਉਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ, ਨਹੀਂ ਤੁਹਾਨੂੰ ਵੀ ਹਟਾ ਦੇਣਗੇ। ਜੇ ਤੁਹਾਨੂੰ ਵੀ ਹੌਲੀ ਹੌਲੀ ਹਟਾ ਦੇਣਗੇ। ਮੇਰੇ ਮਨ ਸੇਵੋ ਅਲਖ ਨਿਰੰਜਨ ਨਰ ਹਰ। ਇਹ ਮੇਰੇ ਮਨਾ ਉਹ ਪਰਮਾਤਮਾ ਜੋ ਅਲਖ ਹੈ, ਜੋ ਦਿਖਾਈ ਨਹੀਂ ਦਿੰਦਾ, ਨਿਰੰਜਨ ਹੈ ਜੋ ਮਾਇਆ ਤੋਂ ਨਿਰਲੇਪ ਹੈ, ਨਰ ਹਰ ਹੈ ਜੋ ਸਾਰੇ ਮਨੁੱਖਾਂ ਦਾ ਪ੍ਰਭੂ ਪਤੀ ਹੈ। ਜਿਤ ਸੇਵਿਆ ਲੇਖਾ ਛੁੱਟੀ। ਉਹਦਾ ਸਿਮਰਨ ਕਰਨਾ, ਤੁਹਾਡਾ ਹਿਸਾਬ ਕਿਤਾਬ ਸਾਰਾ ਖਤਮ ਹੋ ਜਾਏਗਾ। ਜਦ ਨਾਨਕ ਹਰ ਪ੍ਰਭ ਪੂਰੇ ਕੀਏ, ਅਤੇ ਜਿਨ੍ਹਾਂ ਨੂੰ ਪਰਮਾਤਮਾ ਪੂਰਾ ਕਰ ਦਿੰਦਾ ਨਾ, ਖਿਨ ਮਾਸ਼ਾ
ਇਹਨੂੰ ਮਾਸਾ ਨਹੀਂ ਪੜਨਾ। ਇਹ ਫਾਰਸੀ ਦਾ ਸ਼ਬਦ ਹੈ ਮਾਸ਼ਾ। ਪਹਿਲਾਂ ਰਤੀਆਂ ਮਾਸ਼ੇ ਤੋਲੇ ਹੁੰਦੇ ਸੀ, ਖਿਨ ਮਾਸ਼ਾ ਤੋਲ ਨਾ ਘਟੀ। ਉਹਦੇ ਗੁਣ ਜਿਹੜੇ ਨੇ ਨਾ ਫਿਰ ਉਹ ਰਤੀ ਵਾਰ ਵੀ ਨਹੀਂ ਘਟਦੇ, ਹਮੇਸ਼ਾ ਹੀ ਉਸੇ ਹਾਲਤ 'ਚ ਰਹਿੰਦਾ ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਜੀ ਕਿਰਪਾ ਹੋ ਜਾਏ ਜਿਸ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।